Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਉਹ ਆਪਣੇ ਪਿਛਲੇ ਲੈਕਚਰ ਦਾ ਹੀ ਪਾਰਟ B ਆਪਾਂ ਉਹਨੂੰ ਕਹਿ ਸਕਦੇ ਹਾਂ। ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਗੱਲ ਜੋ ਕਰ ਰਹੇ ਸੀ ਉਹ ਆਪਾਂ ਕਰ ਰਹੇ ਸੀ ਮੰਗ ਦੇ ਵਿੱਚ ਵਿਸਥਾਰ, ਮੰਗ ਦੇ ਵਿੱਚ ਸੰਕੁਚਨ, ਮੰਗ ਦੇ ਵਿੱਚ ਵਾਧਾ ਤੇ ਮੰਗ ਦੇ ਵਿੱਚ ਕਮੀ। ਉਹਦੇ ਚ ਆਪਾਂ ਇਹ ਗੱਲ ਕੀਤੀ ਕਿ ਜੋ ਵੀ ਮੰਗ ਦੇ ਵਿੱਚ ਵਿਸਥਾਰ ਹੁੰਦਾ ਹੈ ਜਾਂ ਮੰਗ ਦੇ ਵਿੱਚ ਸੰਕੁਚਨ ਹੁੰਦਾ ਹੈ ਉਹ ਸਿਰਫ ਤੇ ਸਿਰਫ ਕੀਮਤ ਕਰਕੇ ਹੁੰਦਾ ਹੈ। ਯਾਨੀ ਜਦੋਂ ਮੰਗ ਦੇ ਵਿੱਚ ਵਿਸਥਾਰ ਹੋ ਰਿਹਾ ਹੈ ਤਾਂ ਕੀ ਹੋਏਗਾ, ਕੀਮਤ ਜਿਹੜੀ ਹੈ ਉਹ ਘਟੇਗੀ, ਉਹਦੇ ਕਰਕੇ ਮੰਗ ਜਿਹੜੀ ਹੈ ਉਹਦੇ ਚ ਵਿਸਥਾਰ ਹੋ ਜਾਏਗਾ। ਮੰਗ ਦੇ ਵਿੱਚ ਸੰਕੁਚਨ ਦੇ ਵਿੱਚ ਕੀ ਹੋਏਗਾ, ਕੀਮਤ ਜਿਹੜੀ ਹੈ ਉਹ ਵੱਧ ਜਾਏਗੀ, ਉਹਦੇ ਨਾਲ ਕੀ ਹੋਏਗਾ, ਜਿਹੜੀ ਮੰਗ ਹੈ ਉਹ ਪਹਿਲਾਂ ਨਾਲੋਂ ਸੁੰਗੜ ਜਾਏਗੀ, ਯਾਨੀ ਕਿ ਉਹਦੇ ਚ ਸੰਕੁਚਨ ਹੋ ਜਾਏਗਾ। ਯਾਨੀ ਜਦੋਂ ਆਪਾਂ ਮੰਗ ਦੇ ਵਿੱਚ ਵਿਸਥਾਰ ਤੇ ਮੰਗ ਦੇ ਵਿੱਚ ਸੰਕੁਚਨ ਦੀ ਗੱਲ ਕਰਦੇ ਆ ਉਹਦੇ ਪਿੱਛੇ ਸਿਰਫ ਇੱਕੋ ਕਾਰਨ ਕੰਮ ਕਰਦਾ ਹੈ ਤੇ ਉਹ ਇੱਕ ਕਾਰਨ ਹੈ ਵਸਤੂ ਦੀ ਕੀਮਤ ਵਿੱਚ ਹੋਣ ਵਾਲਾ ਬਦਲਾਅ। ਪਰ ਜਦੋਂ ਆਪਾਂ ਮੰਗ ਦੇ ਵਿੱਚ ਵਾਧੇ ਦੀ ਗੱਲ ਕਰਦੇ ਆ ਜਾਂ ਆਪਾਂ ਮੰਗ ਦੇ ਵਿੱਚ ਕਮੀ ਦੀ ਗੱਲ ਕਰਦੇ ਆ ਉਹਦੇ ਪਿੱਛੇ ਕੋਈ ਇੱਕ ਕਾਰਨ ਜਿਹੜਾ ਉਹ ਕੰਮ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਆਪਾਂ ਗੱਲ ਕੀਤੀ ਸੀ ਕਿ ਮੰਗ ਦੇ ਵਿੱਚ ਵਾਧਾ, ਮੰਗ ਦੇ ਵਿੱਚ ਕਮੀ ਇਹ ਕਿਹਦੇ ਕਰਕੇ ਹੁੰਦੇ ਆ, ਇਹ ਕੀਮਤ ਕਰਕੇ ਨਹੀਂ ਹੁੰਦੇ। ਕੀਮਤ ਤੋਂ ਇਲਾਵਾ ਮੰਗ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਜਿੰਨੇ ਵੀ ਤੱਤ ਨੇ ਉਹਨਾਂ ਸਾਰੇ ਤੱਤਾਂ ਕਰਕੇ ਹੁੰਦੇ ਆ। ਤਾਂ ਆਪਾਂ ਉਹ ਅੱਜ ਸਾਰੇ ਤੱਤਾਂ ਦੀ ਗੱਲ ਜਿਹੜੀ ਹੈ ਉਹ ਕਰਾਂਗੇ। ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਜਦੋਂ ਵੀ ਮੰਗ ਵਿੱਚ ਵਾਧਾ ਹੁੰਦਾ ਹੈ, ਠੀਕ ਹੈ, ਤਾਂ ਉਹ ਵਾਧਾ ਜਿਹੜਾ ਹੈ ਉਹ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ। ਯਾਨੀ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ, ਜਿੰਨੇ ਵੀ ਆਪਣੇ ਮੰਗ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਤੱਤ ਨੇ ਉਹੀ ਦੁਬਾਰਾ ਲਿਖਣੇ ਨੇ। ਸਿਰਫ ਕਰਨਾ ਇੰਨਾ ਹੈ ਕਿ ਆਪਾਂ ਉਹਦੇ ਸਿਰਫ ਇੱਕ ਕੀਮਤ ਛੱਡ ਦੇਣੀ ਹੈ, ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹ ਲਿਖ ਦੇਣੇ ਨੇ। ਪਹਿਲਾ ਚੀਜ਼ ਕੀ ਹੋ ਸਕਦੀ ਹੈ, ਪਹਿਲਾ ਕਾਰਨ ਹੋ ਸਕਦਾ ਹੈ ਕਿ ਹੋ ਸਕਦਾ ਹੈ ਵੀ ਜੋ ਤੁਹਾਡੀ ਵਸਤੂ ਦੀ ਸਥਾਨਾਪਨ ਵਸਤੂ ਹੈ, ਠੀਕ ਹੈ, ਜਿਹਨੂੰ ਆਪਾਂ ਪ੍ਰਤੀਸਥਾਪਨ ਵਸਤੂ ਵੀ ਕਹਿੰਦੇ ਆ, ਤਾਂ ਹੋ ਸਕਦਾ ਹੈ ਵੀ ਜਿਹੜੀ ਉਹ ਸਥਾਨਾਪਨ ਵਸਤੂ ਹੈ ਉਹ ਮਹਿੰਗੀ ਹੋ ਗਈ ਹੋਵੇ। ਮੰਨ ਲਓ, ਸੋਚੋ ਵੀ ਤੁਹਾਡੀ ਚੀਜ਼ ਜਿਹੜੀ ਹੈ ਉਹ ਲਿਮਕਾ ਹੈ, ਠੀਕ ਹੈ, ਤੁਹਾਡੀ ਜਿਹੜੀ ਸਥਾਨਾਪਨ ਹੈ ਉਹ ਫੈਂਟਾ ਹੈ। ਸਪੋਜ਼ ਕਰੋ ਫੈਂਟਾ ਮਹਿੰਗੀ ਹੋ ਗਈ ਤਾਂ ਲੋਕੀ ਕੀ ਕਰਨਗੇ, ਫੈਂਟਾ ਘੱਟ ਖਰੀਦਣਗੇ। ਜੇ ਫੈਂਟਾ ਘੱਟ ਖਰੀਦਣਗੇ ਤਾਂ ਫਿਰ ਤੁਹਾਡੀ ਵਸਤੂ ਲਿਮਕਾ ਕੀ ਕਰਨਗੇ, ਜ਼ਿਆਦਾ ਖਰੀਦਣਗੇ। ਤੁਹਾਡੀ ਵਸਤੂ ਦੀ ਮੰਗ ਜਿਹੜੀ ਹੈ ਉਹ ਵੱਧ ਜਾਏਗੀ। ਹਾਲਾਂਕਿ ਤੁਹਾਡੀ ਵਸਤੂ ਦੀ ਕੀਮਤ ਵਿੱਚ ਕੋਈ ਬਦਲਾਵ ਨਹੀਂ ਆਇਆ, ਤਾਂ ਸਥਾਨਾਪਨ ਵਸਤੂ ਦੀ ਕੀਮਤ ਜਿਹੜੀ ਹੈ ਉਹ ਕੀ ਹੋਣ ਕਰਕੇ, ਉਹ ਵਧਣ ਕਰਕੇ ਕੀ ਹੋ ਸਕਦਾ ਹੈ, ਤੁਹਾਡੀ ਵਸਤੂ ਦੀ ਮੰਗ ਜਿਹੜੀ ਹੈ ਉਹ ਵੱਧ ਸਕਦੀ ਹੈ। ਕਿਉਂਕਿ ਜੇ ਸਥਾਨਾਪਨ ਵਸਤੂ ਦੀ ਕੀਮਤ ਵਧੇਗੀ ਤਾਂ ਉਹਦੀ ਮੰਗ ਘਟੇਗੀ, ਉਹਦੀ ਮੰਗ ਘਟੇਗੀ ਤਾਂ ਤੁਹਾਡੀ ਵਸਤੂ ਦੀ ਮੰਗ ਕੀ ਹੋ ਜਾਏਗਾ, ਵੱਧ ਜਾਏਗੀ, ਠੀਕ ਹੈ। ਤਾਂ ਆਪਾਂ ਮੰਗ ਨੂੰ ਵਧਾ ਲਿਆ। ਦੂਸਰਾ ਕਾਰਨ ਕੀ ਹੋ ਸਕਦਾ ਹੈ, ਦੂਸਰਾ ਹੋ ਸਕਦਾ ਹੈ ਵੀ ਜੋ ਤੁਹਾਡੀ ਵਸਤੂ ਦੀ ਪੂਰਕ ਵਸਤੂ ਹੈ, ਠੀਕ ਹੈ, ਪੂਰਕ ਵਸਤੂ ਦੀ ਕੀਮਤ ਜਿਹੜੀ ਹੈ ਉਹ ਕੀ ਹੋਣ ਕਰਕੇ, ਘਟਣ ਕਰਕੇ, ਠੀਕ ਹੈ। ਦੇਖੋ, ਕ੍ਰੈਮ ਨਹੀਂ ਕਰਨਾ, ਰੱਟਾ ਨਹੀਂ ਮਾਰਨਾ, ਦਿਮਾਗ ਲਗਾ ਕੇ ਸੋਚਣਾ ਹੈ ਵੀ ਇੱਕ ਚੀਜ਼ ਜਿਹੜੀ ਹੈ ਉਹ ਤੁਹਾਡੀ ਵਸਤੂ ਦੇ ਨਾਲ ਵਰਤੀ ਜਾਂਦੀ ਹੈ ਤਾਂ ਹੀ ਤਾਂ ਪੂਰਕ ਵਸਤੂ ਹੈ। ਜਿਹੜੀ ਉਹ ਪੂਰਕ ਵਸਤੂ ਹੈ ਉਹਦੀ ਕੀਮਤ ਕੀ ਹੋ ਗਿਆ, ਘਟ ਗਈ। ਮੰਨ ਲਓ ਤੁਹਾਡੀ ਵਸਤੂ ਜਿਹੜੀ ਹੈ ਉਹ ਪੈਟਰੋਲ ਹੈ, ਠੀਕ ਹੈ, ਤੁਹਾਡੀ ਪੂਰਕ ਵਸਤੂ ਜਿਹੜੀ ਹੈ ਉਹ ਕਾਰ ਹੈ। ਮੰਨ ਲਓ ਕਾਰ ਦੀ ਕੀਮਤ ਜਿਹੜੀ ਹੈ ਉਹ ਘਟ ਗਈ। ਜੇ ਕਾਰ ਦੀ ਕੀਮਤ ਘਟੇਗੀ ਤਾਂ ਕਾਰ ਦੀ ਮੰਗ ਵਧੇਗੀ, ਯਾਨੀ ਕਾਰ ਜ਼ਿਆਦਾ ਆਣਗੀਆਂ। ਜੇ ਕਾਰ ਦੀ ਮੰਗ ਵਧੇਗੀ ਤਾਂ ਫਿਰ ਕੀ ਹੋਏਗਾ, ਜੇ ਕਾਰ ਦੀ ਮੰਗ ਵਧੇਗੀ ਤਾਂ ਪੈਟਰੋਲ ਦੀ ਮੰਗ ਆਪਣੇ ਆਪ ਵੱਧ ਜਾਏਗੀ। ਤਾਂ ਤੁਹਾਡੀ ਵਸਤੂ ਕਿਹੜੀ ਹੈ, ਪੈਟਰੋਲ, ਉਹਦੀ ਮੰਗ ਵੱਧ ਗਈ, ਕਿੰਨੀ ਵੱਧ ਗਈ, ਤਾਂ ਪੂਰਕ ਵਸਤੂ ਦੀ ਕੀਮਤ ਜਿਹੜੀ ਹੈ ਘਟੇਗੀ ਤਾਂ ਉਹਦੀ ਮੰਗ ਵਧੇਗੀ, ਉਹਦੀ ਮੰਗ ਵਧੇਗੀ, ਤੁਹਾਡੀ ਵਸਤੂ ਦੀ ਮੰਗ ਆਪਣੇ ਆਪ ਜਿਹੜੀ ਹੈ ਉਹ ਵੱਧ ਜਾਏਗੀ। ਤਾਂ ਇਸ ਕਰਕੇ ਵੀ ਮੰਗ ਦੇ ਵਿੱਚ ਵਾਧਾ ਜਿਹੜਾ ਹੈ ਉਹ ਹੋ ਸਕਦਾ ਹੈ। ਹੋਰ ਕੀ ਹੋ ਸਕਦਾ ਹੈ ਵੀ ਜਿਹੜੀਆਂ ਵਸਤੂਆਂ ਨੇ ਉਹ ਕਿਹੜੀਆਂ ਨੇ, ਉਹ ਹੈਗੀਆਂ ਨੇ ਸਾਧਾਰਨ ਵਸਤੂਆਂ, ਠੀਕ ਹੈ। ਆਪਾਂ ਕੱਲ ਗੱਲ ਕੀਤੀ ਸੀ ਆਪਣੇ ਪਿਛਲੇ ਲੈਕਚਰ ਦੇ ਵਿੱਚ ਵੀ ਇੱਕ ਸਧਾਰਨ ਹੁੰਦੀਆਂ ਨੇ, ਇੱਕ ਘਟੀਆਂ ਹੁੰਦੀਆਂ ਨੇ, ਇੱਕ ਗਿਫਨ ਹੁੰਦੀਆਂ ਨੇ, ਇੱਕ ਵੈਬਲਨ ਹੁੰਦੀਆਂ ਨੇ। ਤਾਂ ਵਸਤੂਆਂ ਕੀ ਨੇ, ਸਧਾਰਨ ਨੇ। ਸਧਾਰਨ ਵਸਤੂਆਂ ਦੀ ਸਥਿਤੀ ਵਿੱਚ, ਠੀਕ ਹੈ,
यानी कि वस्तुआं की ने साधारण वस्तुआं की स्थिति च की होवे भी जो भी अपना उपभोक्ता है उपभोक्ता दी जेड़ी आमदन है ਉਹ ਕੀ ਹੋ ਜਾਵੇ ਵੱਧ ਜਾਵੇ ਤਾਂ ਉਪਭੋਗਤਾ ਦੀ ਆਮਦਨ ਦੇ ਵਧਨ ਕਰਕੇ ਵੀ ਵਸਤੂਆਂ ਸਧਾਰਨ ਸੀ ਉਪਭੋਗਤਾ ਦੀ ਆਮਦਨ ਵੱਧ ਗਈ ਉਪਭੋਗਤਾ ਨੇ ਕੀ ਕਰਨਾ ਹੈ ਬਿਨਾਂ ਕੀਮਤ ਦੇ ਘਟੇ ਕੀ ਕਰਨਾ ਹੈ ਮੰਗ ਜਿਹੜੀ ਹੈ ਉਹ ਵਧਾ ਦੇਣੀ ਹੈ ਤਾਂ ਸਧਾਰਨ ਵਸਤੂਆਂ ਦੀ ਸਥਿਤੀ ਵਿੱਚ ਉਪਭੋਗਤਾ ਦੀ ਜਿਹੜੀ ਆਮਦਨ ਹੈ ਉਹ ਵਧਨ ਕਰਕੇ ਕੀ ਹੋਏਗਾ ਮੰਗ ਦੇ ਵਿੱਚ ਵਾਧਾ ਜਿਹੜਾ ਉਹ ਹੋ ਜਾਏਗਾ। ਨੰਬਰ 4 ਚ ਆਪਾਂ ਕੀ ਲੈ ਸਕਦੇ ਹਾਂ ਵੀ ਜਿਹੜੀਆਂ ਵੀ ਰੁਚੀਆਂ ਨੇ ਜਿਹੜੀਆਂ ਵੀ ਪ੍ਰਾਥਮਿਕਤਾਵਾਂ ਨੇ यानी की हो सकता है भी रुचियां जड़ियां ने रुचियां दे किसे वस्तु दे पक्ष विच बदलन करके ठीक है ਹੁਣ ਤੁਸੀਂ ਰੁਚੀਆਂ ਵੀ ਲਿਖ ਸਕਦੇ ਹੋ ਤੁਸੀਂ ਪ੍ਰਾਥਮਿਕਤਾਵਾਂ ਵੀ ਲਿਖ ਸਕਦੇ ਹੋ ਵੀ ਜੋ ਤੁਹਾਡੀਆਂ ਰੁਚੀਆਂ ਸੀ ਜੋ ਤੁਹਾਡੀਆਂ ਪ੍ਰਾਥਮਿਕਤਾਵਾਂ ਸੀ ਉਹ ਕਿਸੇ ਵਸਤੂ ਦੇ ਪੱਖ ਵਿੱਚ ਚਲੀਆਂ ਗਈਆਂ ਉਹਦੇ ਹੱਕ ਵਿੱਚ ਚਲੀਆਂ ਗਈਆਂ मतलब ਪਹਿਲਾਂ ਤੁਹਾਡੀ ਇੱਕ ਚੀਜ਼ ਦੇ ਵਿੱਚ ਰੁਚੀ ਨਹੀਂ ਸੀ मतलब ਤੁਹਾਨੂੰ ਉਹ ਚੀਜ਼ ਪਹਿਲਾਂ ਵਧੀਆ ਨਹੀਂ ਲੱਗਦੀ ਸੀ ਹੁਣ ਕੀ ਹੋਇਆ ਤੁਹਾਡੀਆਂ ਰੁਚੀਆਂ ਜਿਹੜੀਆਂ ਨੇ ਉਸ ਵਸਤੂ ਦੇ ਪੱਖ ਵਿੱਚ ਚਲੀਆਂ ਗਈਆਂ ਯਾਨੀ ਹੁਣ ਤੁਹਾਨੂੰ ਉਹ ਵਸਤੂ ਕੀ ਹੋਗੀ ਪਹਿਲਾਂ ਨਾਲੋਂ ਚੰਗੀ ਲੱਗਣੀ ਸ਼ੁਰੂ ਹੋਗੀ ਜੇ ਚੰਗੀ ਲੱਗਣੀ ਸ਼ੁਰੂ ਹੋ ਜਾਏਗੀ ਤਾਂ ਕੀ ਕਰੋਗੇ ਉਹਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਹੈ ਉਹ ਆਪਾਂ ਕਰਨੀ ਸ਼ੁਰੂ ਕਰ ਦਿਆਂਗੇ ਤਾਂ ਮੰਗ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ। ਫਿਰ ਕੀ ਹੋ ਸਕਦਾ ਹੈ ਨੰਬਰ 5 ਮੈਨੂੰ ਲੱਗਦਾ ਹੈ ਵੀ ਜੋ ਵਸਤੂ ਮੈਂ ਖਰੀਦ ਰਿਹਾ ठीक है ਤਾਂ ਭਵਿੱਖ ਵਿੱਚ ਕੀ ਹੋ ਸਕਦਾ ਹੈ ਉਸ ਵਸਤੂ ਦੀ ਕੀਮਤ ਦੇ ਵਧਨ ਦੀ ਸੰਭਾਵਨਾ ਹੋਣ ਕਰਕੇ यानी ਜਿਹੜੀ ਵਸਤੂ ਮੈਂ ਖਰੀਦ ਰਿਹਾ ਮੈਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਵਸਤੂ ਦੀ ਕੀਮਤ ਦੇ ਵਧਣ ਦੀ ਸੰਭਾਵਨਾ ਹੋਣ ਕਰਕੇ ਵੀ ਜੋ ਵਸਤੂ ਮੈਂ ਖਰੀਦ ਰਿਹਾ ਆਉਣ ਵਾਲੇ ਟਾਈਮ 'ਚ ਕੀ ਹੋ ਸਕਦਾ ਹੈ ਉਹ ਚੀਜ਼ ਮਹਿੰਗੀ ਹੋ ਸਕਦੀ ਹੈ ਫਿਰ ਮੈਂ ਕੀ ਕਰਾਂਗਾ ਮੈਂ ਕਹਾਂਗਾ ਆਉਣ ਵਾਲੇ ਟਾਈਮ 'ਚ ਮਹਿੰਗੀ ਹੋਣ ਨਾਲ ਚੰਗਾ ਹੈ ਹੁਣੇ ਹੀ ਆਪਾਂ ਜ਼ਿਆਦਾ ਖਰੀਦ ਲਈਏ। ਜਿਵੇਂ ਜੇ ਮੰਨ ਲਓ ਟੀਵੀ ਤੇ ਖਬਰ ਆ ਗਈ ਵੀ ਸਵੇਰੇ ਪੈਟਰੋਲ ਜਿਹੜਾ ਹੈ ਉਹ 5 ਰੁਪਏ ਲੀਟਰ ਮਹਿੰਗਾ ਹੋਣ ਵਾਲਾ ਹੈ ਤਾਂ ਕੀ ਹੋਊਗਾ ਹੁਣੇ ਹੀ ਸਾਰੇ ਲੋਕੀ ਜਿਹੜੇ ਨੇ ਪੈਟਰੋਲ ਪੰਪ ਤੇ ਪਹੁੰਚ ਜਾਣਗੇ ਵੀ ਫਟਾਫਟ ਕੀ ਕਰੀਏ ਆਪਾਂ ਟੈਂਕੀ ਫੁੱਲ ਕਰਾ ਲਈਏ ਯਾਨੀ ਕੀ ਹੋਇਆ ਹਾਲੀ ਪੈਟਰੋਲ ਸਸਤਾ ਤਾਂ ਨਹੀਂ ਹੋਇਆ ਨਾ ਆਉਣ ਵਾਲੇ ਟਾਈਮ 'ਚ ਮਹਿੰਗਾ ਹੋਣਾ ਹੈ ਹਾਲੀ ਪਰ ਹੁਣੇ ਆਪਾਂ ਕੀ ਕਰਾਂਗੇ ਉਹਦੀ ਮੰਗ ਜਿਹੜੀ ਹੈ ਉਹ ਜ਼ਿਆਦਾ ਕਰਨੀ ਸ਼ੁਰੂ ਕਰ ਦੇਵਾਂਗੇ। ਫਿਰ ਹੋ ਸਕਦਾ ਹੈ ਵੀ ਜਿਹੜੀ ਚੀਜ਼ ਮੈਂ ਲੈ ਰਿਹਾ ਠੀਕ ਹੈ ਤਾਂ ਭਵਿੱਖ ਵਿੱਚ ਕੀ ਹੋ ਸਕਦਾ ਹੈ ਵਸਤੂ ਦੀ ਪੂਰਤੀ ਦੇ ਘਟਨ ਦੀ ਸੰਭਾਵਨਾ ਹੋਣ ਕਰਕੇ ठीक है मतलब ਜਿਹੜੀ ਵਸਤੂ ਮੈਂ ਲੈ ਰਿਹਾ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ 'ਚ ਇਹ ਚੀਜ਼ ਮੈਨੂੰ ਮਿਲ ਹੀ ਨਹੀਂ ਸਕਦੀ ਫਿਰ ਮੈਂ ਕੀ ਕਰਾਂਗਾ ਹੁਣੇ ਹੀ ਉਹਦੀ ਮੰਗ ਜ਼ਿਆਦਾ ਕਰ ਲਾਂਗਾ। ਜਦੋਂ ਆਪਾਂ ਇਹ ਕੀਤਾ ਸੀ ਮੈਂ ਤੁਹਾਨੂੰ ਸਮਝਾਇਆ ਸੀ ਕਿ ਅਗਰ ਮੈਨੂੰ ਅੰਬ ਚੰਗੇ ਲੱਗਦੇ ਆ ਤਾਂ ਮੈਨੂੰ ਲੱਗੇਗਾ ਅੰਬਾਂ ਦਾ ਸੀਜ਼ਨ ਹੈਗਾ ਹੋਰ 4 ਦਿਨਾਂ ਤੱਕ ਅੰਬ ਮਾਰਕੀਟ 'ਚੋਂ ਖਤਮ ਹੋ ਜਾਣਗੇ ਤਾਂ ਜਿੰਨੇ ਖਾਣੇ ਨੇ ਹੁਣੇ ਖਾ ਲਓ ਤਾਂ ਕੀ ਹੋਏਗਾ ਪਤਾ ਹੈ ਭਵਿੱਖ 'ਚ ਉਸ ਵਸਤੂ ਦੀ ਪੂਰਤੀ ਜਿਹੜੀ ਹੈ ਘਟ ਜਾਏਗੀ ਮਿਲੇਗੀ ਨਹੀਂ ਤਾਂ ਹੁਣੇ ਹੀ ਉਹਦੀ ਮੰਗ ਜਿਹੜੀ ਹੈ ਆਪਾਂ ਕੀ ਕਰਾਂਗੇ ਵੱਧ ਕਰਾਂਗੇ ਤੁਹਾਨੂੰ ਆਪਾਂ ਮੰਗ ਵਿੱਚ ਵਾਧਾ ਜਿਹੜਾ ਹੈ ਉਹ ਕਹਿ ਦਿਆਂਗੇ। ਫਿਰ ਕੀ ਹੋ ਸਕਦਾ ਹੈ ਵਸਤੂ ਦੀ ਜਿਹੜੀ ਮੰਗ ਹੈ ਉਹ ਵੱਧ ਸਕਦੀ ਹੈ ਜਦੋਂ ਤੁਹਾਡੇ ਤੇ ਕੀ ਹੋਵੇ ਦਿਖਾਵਾ ਪ੍ਰਭਾਵ ਲੱਗਣ ਕਰਕੇ ਤੁਹਾਡੇ ਉੱਪਰ ਕਿਸੇ ਚੀਜ਼ ਦਾ ਦਿਖਾਵਾ ਪ੍ਰਭਾਵ ਪੈ ਗਿਆ ਤੁਹਾਨੂੰ ਕਿਸੇ ਨੇ ਕੋਈ ਚੀਜ਼ ਲਿਆ ਕੇ ਵਿਖਾ ਦਿੱਤੀ ਕੀ ਹੋਏਗਾ ਤੁਹਾਡੇ ਦਿਲ 'ਚ ਵੀ ਆ ਗਿਆ ਬਿਲੋ ਜੀ ਉਹਦੇ ਕੋਲ ਹੈਗੀ ਹੈ ਤਾਂ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ ਤੁਸੀਂ ਕੀ ਕਰੋਗੇ ਮੰਗ ਜਿਹੜੀ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਕਰ ਦਿਓਗੇ मतलब ਦਿਖਾਵਾ ਪ੍ਰਭਾਵ ਲੱਗ ਗਿਆ ਤਾਂ ਸਮਝ ਲਓ ਵਸਤੂ ਦੀ ਮੰਗ ਜਿਹੜੀ ਹੈ ਉਹ ਵੱਧ ਜਾਣੀ ਹੈ। फिर की हो सकता है फिर एक कारण होर भी हो सकता है कि जायदाद दे वधन करके भी मान लो ਤੁਹਾਡੀ ਜਾਇਦਾਦ ਪਹਿਲਾਂ ਨਾਲੋਂ ਵੱਧ ਗਈ ਤਾਂ ਤੁਸੀਂ ਕੀ ਕਰੋਗੇ ਮੰਗ ਪਹਿਲਾਂ ਨਾਲੋਂ ਜ਼ਿਆਦਾ ਕਰੋਗੇ। ਹੁਣ ਜਾਇਦਾਦ ਤਾਂ ਪਹਿਲਾਂ ਨਾਲੋਂ ਵੱਧ ਜਾਵੇ ਪਰ ਬੱਚਤ ਦੇ ਘਟਨ ਕਰਕੇ ठीक है ਤੁਸੀਂ ਬੱਚਤ ਕੀ ਕੀਤੀ
ਪਹਿਲਾਂ ਨਾਲੋਂ ਘੱਟ ਕਰਤੀ। ਯਾਨੀ ਪਹਿਲਾਂ ਤੁਸੀਂ ਜੋ ਪੈਸੇ ਬਚਾ ਰਹੇ ਸੀ ਹੁਣ ਤੁਸੀਂ ਉਹਨੇ ਪੈਸੇ ਜਿਹੜੇ ਹੈ ਉਹ ਨਹੀਂ ਬਚਾ ਰਹੇ ਬਲਕਿ ਉਸ ਤੋਂ ਘੱਟ ਪੈਸੇ ਬਚਾ ਰਹੇ ਹੋ। ਇਹਦਾ ਮਤਲਬ ਖਰਚਾ ਤੁਸੀਂ ਕੀ ਕਰ ਰਹੇ ਹੋ, ਜ਼ਿਆਦਾ ਕਰ ਰਹੇ ਹੋ। ਤਾਂ ਉਹਦੇ ਨਾਲ ਕੀ ਹੋ ਜਾਏਗਾ, ਮੰਗ ਜਿਹੜੀ ਹੈ ਉਹ ਵੱਧ ਜਾਏਗੀ। ਹੋਰ ਕੀ ਹੋ ਸਕਦਾ ਹੈ, ਮੰਗ ਦੇ ਵਿੱਚ ਵਧਣ ਦਾ ਕਾਰਨ ਹੋ ਸਕਦਾ ਹੈ ਵੀ ਜਿਹੜੀ ਤੁਹਾਡੀ ਜਨਸੰਖਿਆ, ਠੀਕ ਹੈ, ਦਾ ਆਕਾਰ ਜਿਹੜਾ ਹੈ ਵਧਣ ਕਰਕੇ ਤੁਹਾਡੀ ਜਨਸੰਖਿਆ ਜਿਹੜੀ ਹੈ ਉਹ ਪਹਿਲਾਂ ਨਾਲੋਂ ਕੀ ਹੋ ਜਾਵੇ, ਵੱਧ ਜਾਵੇ। ਉਹਦੇ ਕਰਕੇ ਜਿਹੜੀ ਹੈ ਉਹ ਤੁਹਾਡੀ ਮੰਗ ਵੱਧ ਸਕਦੀ ਹੈ। ਹੋਰ ਕੀ ਹੋ ਸਕਦਾ ਹੈ, ਆਪਾਂ ਇੱਥੇ ਲਿਖਣ ਜਾ ਰਹੇ ਹਾਂ ਨੰਬਰ 11, ਜਨਸੰਖਿਆ ਦੀ ਰਚਨਾ ਜਾਂ ਸਰੂਪ ਜਾਂ ਢਾਂਚਾ, ਠੀਕ ਹੈ, ਵਿੱਚ ਬਦਲਾਵ ਹੋਣ ਕਰਕੇ। ਮਤਲਬ ਤੁਹਾਡੀ ਜਿਹੜੀ ਜਨਸੰਖਿਆ ਦਾ ਢਾਂਚਾ ਹੈ ਉਹ ਕੀ ਹੋ ਗਿਆ, ਉਹ ਬਦਲ ਗਿਆ। ਮਤਲਬ ਤੁਹਾਡੀ ਜਨਸੰਖਿਆ 'ਚ ਕੀ ਹੋ ਗਿਆ, ਨੌਜਵਾਨ ਲੋਕ ਜ਼ਿਆਦਾ ਆ ਗਏ। ਆਪਾਂ ਗੱਲ ਕੀਤੀ ਸੀ ਵੀ ਜੇਕਰ ਤੁਹਾਡੀ ਜਨਸੰਖਿਆ ਦੇ ਵਿੱਚ ਬਜ਼ੁਰਗ ਲੋਕ ਜ਼ਿਆਦਾ ਨੇ ਤਾਂ ਬਜ਼ੁਰਗ ਜਿਹੜੇ ਨੇ ਉਹ ਇੰਨੀਆਂ ਵਸਤੂਆਂ ਦੀ ਮੰਗ ਨਹੀਂ ਕਰਦੇ ਕਿਉਂਕਿ ਉਮਰ ਦੇ ਹਿਸਾਬ ਨਾਲ ਮੰਗ ਜਿਹੜੀ ਹੈ ਉਹ ਘਟਦੀ ਜਾਂਦੀ ਹੈ ਤਾਂ ਮੰਗ ਘੱਟ ਕਰਨਗੇ। ਪਰ ਜੇ ਤੁਹਾਡੀ ਜਨਸੰਖਿਆ 'ਚ ਨੌਜਵਾਨ ਲੋਕ ਜ਼ਿਆਦਾ ਨੇ ਤਾਂ ਕੀ ਹੋਏਗਾ, ਮੰਗ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਤਾਂ ਜਨਸੰਖਿਆ ਦੀ ਰਚਨਾ, ਸਰੂਪ ਜਾਂ ਢਾਂਚਾ ਜੋ ਮਰਜ਼ੀ ਲਿਖ ਲਓ ਉਹ ਬਦਲਿਆ, ਉਹਦੇ ਕਰਕੇ ਮੰਗ ਜਿਹੜੀ ਹੈ ਉਹ ਵੱਧ ਸਕਦੀ ਹੈ। ਤਾਂ ਹੋਰ ਕੀ ਹੋ ਸਕਦਾ ਹੈ, ਹੋਰ ਇਹ ਹੋ ਸਕਦਾ ਹੈ ਕਿ ਸਰਕਾਰ ਦੀ ਨੀਤੀ ਦੇ ਪੱਖ ਵਿੱਚ ਹੋਣ ਕਰਕੇ। ਮਤਲਬ ਜਿਹੜੀ ਸਰਕਾਰ ਦੀ ਨੀਤੀ ਹੈ ਉਹ ਕੀ ਹੋਗੀ, ਕਿਸੇ ਵਸਤੂ ਦੇ ਪੱਖ ਦੇ ਵਿੱਚ ਚਲੇਗੀ। ਯਾਨੀ ਸਰਕਾਰ ਕਹਿੰਦੇ ਵੀ ਆਹ ਚੀਜ਼ ਤਾਂ ਅਸੀਂ ਲੋਕਾਂ ਨੂੰ ਜ਼ਿਆਦਾ ਦੇਣੀ ਹੈ ਤਾਂ ਕੀ ਹੋਏਗਾ, ਮੰਗ ਉਹਦੀ ਵੱਧ ਜਾਏਗੀ ਕਿਉਂਕਿ ਸਰਕਾਰ ਬਾਜ਼ਾਰ ਦੇ ਵਿੱਚ ਉਸ ਚੀਜ਼ ਦੀ ਜਿਹੜੀ ਮੌਜੂਦਗੀ ਹੈ ਉਹਨੂੰ ਕੀ ਕਰੇਗੀ, ਜ਼ਿਆਦਾ ਕਰਾ ਦੇਗੀ। ਫਿਰ ਕੀ ਹੋ ਸਕਦਾ ਹੈ, ਫਿਰ ਇਹ ਹੋ ਸਕਦਾ ਹੈ ਕਿ ਸਰਕਾਰ ਦੁਆਰਾ ਜਿਹੜੇ ਟੈਕਸ ਨੇ, ਕਰ ਕੀ ਕਰਤੇ, ਘਟਾਉਣ ਕਰਕੇ। ਸਰਕਾਰ ਨੇ ਕੀ ਕੀਤਾ, ਕਿਸੇ ਵਸਤੂ ਤੇ ਲੱਗਣ ਵਾਲੇ ਟੈਕਸ ਜਿਹੜੇ ਨੇ ਉਹ ਕੀ ਕੀਤਾ, ਪਹਿਲਾਂ ਨਾਲੋਂ ਘਟਾਤੇ। ਉਹਨਾਂ ਨਾਲ ਕੀ ਹੋਏਗਾ, ਚੀਜ਼ ਜਿਹੜੀ ਹੈ ਉਹ ਪਹਿਲਾਂ ਨਾਲੋਂ ਸਸਤੀ ਹੋ ਜਾਏਗੀ, ਉਹਦੀ ਮੰਗ ਕੀ ਹੋਏਗਾ, ਪਹਿਲਾਂ ਨਾਲੋਂ ਵੱਧ ਹੋ ਜਾਏਗੀ। ਫਿਰ ਕੀ ਹੋ ਸਕਦਾ ਹੈ, ਫਿਰ ਹੋ ਸਕਦਾ ਹੈ ਜੋ ਵੀ ਮੌਸਮ ਦਾ ਪ੍ਰਭਾਵ ਪੈਂਦਾ ਹੈ, ਮੌਸਮ ਦੇ ਵਸਤੂ ਦੀ ਮੰਗ ਦੇ ਪੱਖ ਵਿੱਚ ਹੋਣ ਕਰਕੇ। ਮਤਲਬ ਮੌਸਮ ਇਸ ਤਰ੍ਹਾਂ ਦਾ ਹੈ ਜਿਹੜਾ ਕੀ ਹੈ ਉਸ ਵਸਤੂ ਦੇ ਕੀ ਹੈਗਾ, ਪੱਖ ਦੇ ਵਿੱਚ ਹੈ। ਮਤਲਬ ਜਿਵੇਂ ਗਰਮੀਆਂ ਨੇ, ਹੁਣ ਗਰਮੀ ਦਾ ਮੌਸਮ ਹੈ ਤਾਂ ਕੀ ਹੋਏਗਾ, ਜਿਹੜਾ ਗਰਮੀ ਦਾ ਮੌਸਮ ਹੈ ਉਹ ਗਰਮੀ ਦੀਆਂ ਵਸਤੂਆਂ ਦੇ ਕੀ ਹੋਏਗਾ, ਪੱਖ ਦੇ ਵਿੱਚ ਹੋਏਗਾ। ਤਾਂ ਗਰਮੀ ਦੇ ਵਿੱਚ ਗਰਮੀ ਦੀਆਂ ਵਸਤੂਆਂ ਦੀ ਮੰਗ ਜਿਹੜੀ ਹੈ ਉਹ ਵੱਧ ਜਾਏਗੀ। ਹੋਰ ਕੀ ਹੋ ਸਕਦਾ ਹੈ, ਹੋਰ ਹੋ ਸਕਦਾ ਹੈ ਕਿ ਆਮਦਨ ਦੀ ਜਿਹੜੀ ਵੰਡ ਹੈ ਉਹ ਕੀ ਹੋਣ ਕਰਕੇ, ਸਮਾਨ ਹੋਣ ਕਰਕੇ। ਵੀ ਜਿਹੜੇ ਤੁਹਾਡੇ ਦੇਸ਼ ਦੇ ਵਿੱਚ ਜਿਹੜੀ ਆਮਦਨ ਦੀ ਵੰਡ ਸੀ ਉਹ ਕੀ ਹੋਗੀ, ਬਰਾਬਰ ਹੋਗੀ। ਆਪੇ ਪੁਆਇੰਟ ਵੀ ਡਿਸਕਸ ਕੀਤਾ ਸੀ ਵੀ ਜੇਕਰ ਮੰਗ ਦੀ ਜਿਹੜੀ ਆਮਦਨ ਦੀ ਵੰਡ ਹੈ ਅਗਰ ਉਹ ਬਰਾਬਰ ਨਹੀਂ ਹੈਗੀ, ਯਾਨੀ ਕੁਝ ਲੋਕ ਐਜੇ ਨੇ ਜਿਨ੍ਹਾਂ ਕੋਲ ਬਹੁਤ ਪੈਸਾ ਹੈ, ਕੁਝ ਲੋਕ ਐਜੇ ਨੇ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ, ਤਾਂ ਕੀ ਹੋਊਗਾ, ਹੁਣ ਵੰਡ ਬਰਾਬਰ ਤਾਂ ਨਹੀਂ ਹੈਗੀ ਨਾ। ਵੀ ਇੱਕ ਪਾਸੇ ਤਾਂ ਉਹ ਬੈਠੇ ਨੇ ਜਿਨ੍ਹਾਂ ਕੋਲ ਬਹੁਤ ਪੈਸਾ ਹੈ, ਇੱਕ ਪਾਸੇ ਉਹ ਬੈਠੇ ਆ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ, ਤਾਂ ਦੋਨੋਂ ਹੀ ਮੰਗ ਨਹੀਂ ਕਰਨਗੇ। ਕਿਉਂ ਨਹੀਂ ਕਰਨਗੇ, ਕਿਉਂਕਿ ਜਿੰਦੇ ਕੋਲ ਪੈਸੇ ਹੀ ਨਹੀਂ ਹੈਗੇ ਉਹ ਵਿਚਾਰਾ ਮੰਗ ਕਰ ਨਹੀਂ ਸਕਦਾ। ਜਿੰਦੇ ਕੋਲ ਬੜਾ ਪੈਸਾ ਹੈ ਉਹਦੀਆਂ ਜ਼ਰੂਰਤਾਂ ਵੈਸੇ ਪੂਰੀਆਂ ਹੋ ਚੁੱਕੀਆਂ ਨੇ, ਉਹ ਮੰਗ ਕਰੇਗਾ ਨਹੀਂ। ਯਾਨੀ ਇੱਕ ਕਰੇਗਾ ਨਹੀਂ, ਇੱਕ ਕਰ ਸਕਦਾ ਨਹੀਂ, ਤੇ ਫਿਰ ਮੰਗ ਕਰੇਗਾ ਕੌਣ, ਕੋਈ ਵੀ ਨਹੀਂ। ਤਾਂ ਮੰਗ ਕੀ ਹੋਏਗਾ, ਘੱਟ ਹੋਏਗੀ। ਪਰ ਜੇ ਆਮਦਨ ਦੀ ਵੰਡ ਜਿਹੜੀ ਹੈ ਉਹ ਕੀ ਹੈ, ਸਮਾਨ ਹੈ, ਬਰਾਬਰ ਹੈ, ਸਾਰੇ ਲੋਕਾਂ ਕੋਲ ਬਰਾਬਰ ਬਰਾਬਰ ਪੈਸਾ ਹੈ, ਤਾਂ ਸਾਰੇ ਲੋਕ ਕੀ ਮੰਗ ਕਰਨਗੇ, ਕੀ ਹੋਏਗਾ, ਜਿਹੜੀ ਮੰਗ ਹੈ ਉਹ ਕੀ ਹੋਏਗਾ, ਜ਼ਿਆਦਾ ਹੋਏਗੀ। ਮੰਗ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ। ਤਾਂ ਇਹ ਸਾਰੇ ਜਿਹੜੇ ਨੇ ਇਹ ਕੀ ਨੇ, ਮੰਗ ਦੇ ਵਿੱਚ ਵਾਧੇ ਦੇ ਕਾਰਨ ਜਿਹੜਾ ਹੈ ਉਹ ਹੋ ਜਾਇਆ ਕਰਦੇ ਨੇ। ਆਪਾਂ ਕੁਛ ਨਹੀਂ ਕੀਤਾ, ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਆਪਾਂ ਪੁਆਇੰਟਸ ਕੀਤੇ ਸੀ ਉਹੀ ਪੁਆਇੰਟ ਮੈਂ ਦੁਬਾਰਾ ਲਿਖਤੇ। ਕੀ ਕੀਤਾ, ਸਿਰਫ ਇੱਕ ਕੀਮਤ ਛੱਡਤੀ ਕਿਉਂਕਿ ਮੰਗ ਵਿੱਚ ਵਾਧਾ ਜਿਹੜਾ ਹੈ ਉਹ ਕੀਮਤ ਕਰਕੇ ਨਹੀਂ ਹੁੰਦਾ। ਬਾਕੀ ਸਾਰੇ ਪੁਆਇੰਟ ਜਿਹੜੇ ਨੇ ਮੈਂ ਐਜ਼ ਇਟ ਇਜ਼ ਦੁਬਾਰਾ ਦੇ ਦੁਬਾਰਾ ਜਿਹੜੇ ਨੇ ਉਹ ਲਿਖ ਦਿੱਤੇ। ਠੀਕ ਹੋ ਗਿਆ। ਹੁਣ ਅਗਰ ਆਪਾਂ ਮੰਨ ਲਓ ਐਸੇ ਚੀਜ਼ ਨੂੰ ਕੀ ਕਰਨਾ ਚਾਹੁੰਦੇ ਆ, ਆਪਾਂ ਹੁਣ ਕਰਨਾ ਚਾਹੁੰਦੇ ਆ ਕਿ ਮੰਗ ਦੇ ਵਿੱਚ ਕਮੀ ਦੇ ਕਾਰਨ, ਠੀਕ ਹੈ,
ਹੁਣ ਮੰਗ ਚ ਕਮੀ ਕਦੋਂ ਹੋਏਗੀ? ਬਸ ਜੋ ਪੁਆਇੰਟ ਲਿਖੇ ਨੇ ਨਾ, ਇਹਨਾਂ ਸਾਰੇ ਪੁਆਇੰਟਸ ਦਾ ਕੀ ਕਰ ਦਿਆਂਗੇ, ਉਲਟਾ ਕਰ ਦਿਆਂਗੇ, ਬਸ ਹੋਰ ਆਪਾਂ ਕੁਝ ਨਹੀਂ ਕਰਨਾ। ਜਿਵੇਂ ਹੁਣ ਸਪੋਜ਼ ਕਰੋ ਵੀ ਇੱਥੇ ਮੈਂ ਕੀ ਲਿਖਿਆ ਸੀ, ਵਧਨ ਕਰਕੇ, ਹੁਣ ਆਪਾਂ ਇੱਥੇ ਲਿਖ ਦਿਆਂਗੇ ਘਟਨ ਕਰਕੇ। ਵੀ ਹੁਣ ਕੀ ਹੋਇਆ ਵੀ ਜੋ ਵੀ ਤੁਹਾਡੀ ਸਥਾਨਾਪਨ ਵਸਤੂ ਸੀ ਉਹਦੀ ਕੀਮਤ ਕੀ ਹੋ ਗਿਆ, ਪਹਿਲਾਂ ਨਾਲੋਂ ਘਟ ਗਈ। ਹੁਣ ਜੇ ਤੁਹਾਡੀ ਸਥਾਨਾਪਨ ਵਸਤੂ ਦੀ ਕੀਮਤ ਪਹਿਲਾਂ ਨਾਲੋਂ ਘਟੀ, ਇਹਦਾ ਮਤਲਬ ਕੀ ਹੋਏਗਾ, ਮੰਨ ਲਓ ਤੁਹਾਡੀ ਵਸਤੂ ਹੈਗੀ ਹੈ ਲਿਮਕਾ, ਦੂਜੀ ਤੁਹਾਡੀ ਸਥਾਨਾਪਨ ਵਸਤੂ ਹੈ ਫੈਂਟਾ। ਜੇ ਫੈਂਟਾ ਦੀ ਕੀਮਤ ਘਟੀ ਤਾਂ ਕੀ ਹੋ ਜਾਣਾ ਹੈ, ਫੈਂਟਾ ਦੀ ਮੰਗ ਵਧੇਗੀ। ਜੇ ਲੋਕੀ ਫੈਂਟਾ ਜ਼ਿਆਦਾ ਖਰੀਦਣਗੇ ਤਾਂ ਫਿਰ ਲਿਮਕਾ ਘੱਟ ਖਰੀਦਣਗੇ, ਤਾਂ ਤੁਹਾਡੀ ਵਸਤੂ ਦੀ ਮੰਗ ਕੀ ਹੋ ਜਾਏਗਾ, ਘਟ ਜਾਏਗੀ। ਬਸ ਜੋ ਪੁਆਇੰਟ ਲਿਖੇ ਨੇ ਉਲਟਾ ਲਿਖਣ ਲੱਗੇ ਆ। ਤਾਂ ਪੂਰਕ ਵਸਤੂ ਦੀ ਕੀਮਤ ਇੱਥੇ ਕੀ ਲਿਖਿਆ ਸੀ, ਘਟਨ ਕਰਕੇ, ਹੁਣ ਆਪਾਂ ਲਿਖ ਦਿੰਦੇ ਆ ਇੱਥੇ ਘਟਨ ਦੀ ਥਾਂ ਤੇ ਵਧਨ ਕਰਕੇ। ਵੀ ਹੁਣ ਤੁਹਾਡੀ ਪੂਰਕ ਵਸਤੂ ਜਿਹੜੀ ਹੈ ਉਹ ਕੀ ਹੋਗੀ, ਮਹਿੰਗੀ ਹੋਗੀ। ਜੇ ਪੂਰਕ ਵਸਤੂ ਮਹਿੰਗੀ ਹੋਗੀ ਤਾਂ ਪੂਰਕ ਵਸਤੂ ਦੀ ਮੰਗ ਘਟੇਗੀ। ਦੇਖਿਓ ਹੁਣ ਤੁਹਾਡੀ ਪੂਰਕ ਵਸਤੂ ਨਹੀਂ ਖਰੀਦਣਗੇ। ਕਿਉਂ ਨਹੀਂ ਖਰੀਦਣਗੇ? ਸਪੋਜ਼ ਕਰੋ ਕਾਰ ਹੈ, ਤੁਹਾਡੀ ਵਸਤੂ ਪੈਟਰੋਲ ਹੈ, ਕਾਰ ਮਹਿੰਗੀ ਹੋਗੀ। ਕਾਰ ਮਹਿੰਗੀ ਹੋਏਗੀ ਤੇ ਜਿਹੜੀ ਕਾਰ ਦੀ ਮੰਗ ਹੈ ਉਹ ਕੀ ਹੋਏਗਾ, ਘਟੇਗੀ। ਜੇ ਕਾਰ ਦੀ ਮੰਗ ਘਟੇਗੀ ਤਾਂ ਫਿਰ ਪੈਟਰੋਲ ਕੌਣ ਖਰੀਦੇਗਾ, ਤਾਂ ਪੈਟਰੋਲ ਦੀ ਮੰਗ ਵੀ ਜਿਹੜੀ ਹੈ ਉਹ ਕੀ ਹੋ ਜਾਏਗਾ, ਘਟ ਜਾਏਗੀ। ਤੇ ਇਹ ਵੀ ਕੀ ਹੈ, ਮੰਗ ਵਿੱਚ ਕਮੀ ਦਾ ਇੱਕ ਕਾਰਨ ਜਿਹੜਾ ਹੈ ਉਹ ਬਣ ਜਾਂਦਾ ਹੈ। ਇਸ ਤੋਂ ਬਾਅਦ ਕਹਿੰਦੇ ਸਧਾਰਨ ਵਸਤੂਆਂ ਨੇ, ਹੁਣ ਸੋਚੋ ਵੀ ਜੇ ਵਸਤੂਆਂ ਸਧਾਰਨ ਸੀ, ਉਪਭੋਗਤਾ ਦੀ ਆਮਦਨ ਵਧੀ ਸੀ ਤਾਂ ਉਹਨੇ ਮੰਗ ਕੀ ਕੀਤਾ ਸੀ, ਵਧਾਈ ਸੀ। ਹੁਣ ਕੀ ਹੋਊਗਾ, ਹੁਣ ਵਸਤੂਆਂ ਜਿਹੜੀਆਂ ਨੇ ਉਹ ਸਧਾਰਨ ਨੇ ਪਰ ਉਪਭੋਗਤਾ ਦੀ ਜਿਹੜੀ ਆਮਦਨ ਹੈ ਉਹ ਕੀ ਹੋ ਗਿਆ, ਘਟ ਗਈ। ਵਸਤੂਆਂ ਸਧਾਰਨ ਨੇ, ਉਪਭੋਗਤਾ ਦੀ ਆਮਦਨ ਕੀ ਹੋ ਗਿਆ, ਘਟ ਗਈ। ਤਾਂ ਕੀ ਕਰੇਗਾ, ਘੱਟ ਵਸਤੂਆਂ ਦੀ ਮੰਗ ਕਰੇਗਾ, ਤੁਹਾਡੀ ਮੰਗ ਵਿੱਚ ਕੀ ਹੋ ਜਾਏਗਾ, ਕਮੀ ਹੋ ਜਾਏਗੀ। ਫਿਰ ਰੁਚੀਆਂ ਦੇ ਕਿਸੇ ਵਸਤੂ ਦੇ ਪੱਖ ਵਿੱਚ ਬਦਲਣ ਕਰਕੇ ਮੰਗ ਵਧੀ ਸੀ, ਤਾਂ ਹੁਣ ਅਗਰ ਰੁਚੀਆਂ ਜਿਹੜੀਆਂ ਨੇ ਉਹ ਪੱਖ ਵਿੱਚ ਨਾ ਹੋ ਕੇ ਉਹਦੇ ਵਿਰੋਧ ਵਿੱਚ ਬਦਲ ਜਾਣ, ਯਾਨੀ ਇੱਕ ਚੀਜ਼ ਪਹਿਲਾਂ ਤੁਹਾਨੂੰ ਚੰਗੀ ਲੱਗਦੀ ਸੀ ਹੁਣ ਚੰਗੀ ਨਹੀਂ ਲੱਗਦੀ, ਯਾਨੀ ਕੀ ਹੋ ਗਿਆ, ਜਿਹੜੀਆਂ ਰੁਚੀਆਂ ਨੇ ਉਸ ਵਸਤੂ ਦੇ ਕੀ ਹੋ ਗਈਆਂ, ਖਿਲਾਫ ਗਈਆਂ, ਤਾਂ ਕੀ ਹੋਏਗਾ, ਉਹਦੀ ਮੰਗ ਜਿਹੜੀ ਹੈ ਉਹ ਘਟ ਜਾਏਗੀ। ਫਿਰ ਭਵਿੱਖ ਵਿੱਚ ਵਸਤੂ ਦੀ ਕੀਮਤ ਦੇ ਵਧਣ ਦੀ ਸੰਭਾਵਨਾ ਹੋਣ ਕਰਕੇ, ਮਤਲਬ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦਾ ਹੈ, ਉਹ ਚੀਜ਼ ਜਿਹੜੀ ਹੈ ਮਹਿੰਗੀ ਹੋ ਸਕਦੀ ਹੈ, ਤਾਂ ਆਪਾਂ ਕੀ ਕਰਾਂਗੇ, ਹੁਣੇ ਉਹਨੂੰ ਜ਼ਿਆਦਾ ਖਰੀਦਾਂਗੇ। ਪਰ ਜੇ ਸਪੋਜ਼ ਕਰੋ ਮੈਨੂੰ ਲੱਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੀਜ਼ ਜਿਹੜੀ ਹੈ ਸਸਤੀ ਹੋ ਸਕਦੀ ਹੈ, ਫਿਰ ਮੈਂ ਉਹਨੂੰ ਹੁਣੇ ਕਿਉਂ ਖਰੀਦਾਂਗਾ, ਮੈਂ ਤਾਂ ਆਉਣ ਵਾਲੇ ਟਾਈਮ 'ਚ ਖਰੀਦ ਲੂੰਗਾ। ਜੇ ਮੰਨ ਲਓ ਟੀਵੀ ਤੇ ਇਹ ਨਿਊਜ਼ ਆ ਜਾਵੇ ਵੀ ਸਵੇਰੇ ਪੈਟਰੋਲ 10 ਰੁਪਏ ਲੀਟਰ ਸਸਤਾ ਹੋ ਰਿਹਾ ਹੈ, ਤਾਂ ਮੈਂ ਕੀ ਕਰਾਂਗਾ, ਮੈਂ ਕਹਾਂਗਾ ਛੱਡ ਪਰਾਂ, ਸਵੇਰੇ ਪਵਾਵਾਂਗੇ ਪੈਟਰੋਲ 10 ਰੁਪਏ ਲੀਟਰ ਸਸਤਾ ਮਿਲੂਗਾ। ਤਾਂ ਜੇ ਆਪਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਸ ਵਸਤੂ ਦੀ ਕੀਮਤ ਜਿਹੜੀ ਹੈ ਉਹ ਘਟ ਸਕਦੀ ਹੈ, ਆਪਾਂ ਹੁਣ ਕੀ ਕਰਾਂਗੇ, ਉਹਦੀ ਮੰਗ ਘੱਟ ਕਰਾਂਗੇ, ਤਾਂ ਕਿ ਆਉਣ ਵਾਲੇ ਟਾਈਮ 'ਚ ਜਦੋਂ ਆਪਾਂ ਨੂੰ ਚੀਜ਼ ਸਸਤੀ ਮਿਲੇ ਆਪਾਂ ਨੂੰ ਉਦੋਂ ਖਰੀਦੀਏ। ਫਿਰ ਭਵਿੱਖ ਵਿੱਚ ਵਸਤੂ ਦੀ ਪੂਰਤੀ ਦੇ ਕੀ ਹੋ ਸਕਦਾ ਹੈ, ਦੇ ਵਧਣ ਦੀ ਸੰਭਾਵਨਾ ਹੋਵੇ। ਮੰਨ ਲਓ ਹੁਣ ਕੀ ਹੈ, ਬਾਜ਼ਾਰ 'ਚ ਅੰਬ ਨਵੇਂ ਆਏ ਨੇ, ਬਿਲਕੁਲ ਨਵੇਂ, ਤਾਂ ਅੰਬ ਦਾ ਰੇਟ ਕਿੰਨਾ ਹੋਏਗਾ, 200 रुपए किलो। ठीक है, मैं पागल हाँ, 200 रुपए किलो अंब खरीदूंगा, मैं कहा कोई नहीं 4 दिन और बीत लैन दो, ये अंब थोड़े जो होर आने शुरू होए ना, तो ये 200 रुपए किलो वाले अंब जड़े ने वो बाजार च 40 रुपए किलो विकणगे, उदों लवांगा। ਤਾਂ ਕੀ ਹੋਊਗਾ, ਪਤਾ ਹੈ ਕਿ ਆਉਣ ਵਾਲੇ ਟਾਈਮ 'ਚ ਕੀ ਹੋਏਗਾ, ਅੰਬਾਂ ਦੀ ਪੂਰਤੀ ਕੀ ਹੋ ਜਾਣੀ ਹੈ, ਵੱਧ ਜਾਣੀ ਹੈ, ਬਾਜ਼ਾਰ 'ਚ ਅੰਬ ਜ਼ਿਆਦਾ ਆ ਜਾਣਗੇ, ਉਦੋਂ ਕੀ ਹੋਏਗਾ, ਕੀਮਤ ਘਟ ਜਾਏਗੀ, ਮੈਂ ਉਦੋਂ ਖਰੀਦਾਂਗਾ। ਯਾਨੀ ਹੁਣ ਮੰਗ ਦੇ ਵਿੱਚ ਕੀ ਕਰ ਦਿਆਂਗਾ, ਕਮੀ ਕਰ ਦਿਆਂਗਾ। ਫਿਰ ਇੱਥੇ ਦਿਖਾਵਾ ਪ੍ਰਭਾਵ ਲੱਗਿਆ ਸੀ, ਠੀਕ ਹੈ, ਤੁਹਾਡੇ ਤੇ ਕਿਸੇ ਨੇ ਦਿਖਾਵਾ ਪ੍ਰਭਾਵ ਪਾਇਆ ਸੀ ਤਾਂ ਤੁਸੀਂ ਮੰਗ ਵਧਾਈ ਸੀ, ਤੁਹਾਡਾ ਕੀ ਹੋਇਆ, ਦਿਖਾਵਾ ਪ੍ਰਭਾਵ ਜਿਹੜਾ ਹੈ ਹੁਣ ਉਹ ਕੀ ਹੋ ਗਿਆ, ਉਹ ਖਤਮ ਹੋ ਗਿਆ। ਦਿਖਾਵਾ ਪ੍ਰਭਾਵ ਖਤਮ ਹੋਣ ਕਰਕੇ ਮਤਲਬ ਤੁਹਾਡੇ ਤੇ ਕੋਈ ਦਿਖਾਵਾ ਪ੍ਰਭਾਵ ਨਹੀਂ ਹੈਗਾ। ਤੁਸੀਂ ਕਹਿੰਦੇ ਆ ਭਾਵੇਂ ਮੈਨੂੰ ਕੋਈ ਮਰਜ਼ੀ ਚੀਜ਼ ਵਿਖਾਉਂਦਾ ਰਵੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਆਪਾਂ ਤਾਂ ਦੂਜੇ ਤੋਂ ਪ੍ਰਭਾਵਿਤ ਹੋਣਾ ਹੀ ਨਹੀਂ, ਠੀਕ ਹੈ। ਇਹ ਸਭ ਤੋਂ ਵਧੀਆ ਇਨਸਾਨ ਦਾ ਐਟੀਟਿਊਡ ਹੈ, ਠੀਕ ਹੈ। ਜਿਸ ਤਰ੍ਹਾਂ ਕਿਸੇ ਜ਼ਮਾਨੇ 'ਚ ਨਾ ਇਹ ਕਿਹਾ ਜਾਂਦਾ ਸੀ ਵੀ ਜਿਹੜੇ ਗ੍ਰਹਿ ਨਕਸ਼ਤਰ ਨੇ ਉਹ ਹੈਗੇ ਨੇ 9 ਪਲੈਨਟਸ ਨੇ, ਆਪਣੇ 9 ਪਲੈਨਟਸ ਨੇ।
ਬਾਅਦ ਚ ਕੀ ਕੀਤਾ ਆਪਾਂ, ਬਾਅਦ ਚ ਆਪਾਂ ਕਹਿੰਦੇ ਨਹੀਂ ਜਿਹੜਾ ਪਲੂਟੋ ਹੈ ਨਾ, ਪਲੂਟੋ ਤਾਂ ਜਿਹੜਾ ਉਹ ਤਾਂ ਗ੍ਰਹਿ ਹੈ ਹੀ ਨਹੀਂ। ਆਪਾਂ ਕੀ ਕੀਤਾ, ਪਲੂਟੋ ਨੂੰ ਬਾਹਰ ਕੱਢਤਾ। ਠੀਕ ਹੈ, ਪਹਿਲਾਂ ਕਹਿੰਦੇ ਸੀ ਪਲੂਟੋ ਗ੍ਰਹਿ ਨਹੀਂ ਹੈਗਾ, ਠੀਕ ਹੈ, ਤਾਂ ਗ੍ਰਹਿ 8 ਨੇ। ਫਿਰ ਕਹਿੰਦੇ ਨਹੀਂ ਪਲੂਟੋ ਹੈਗਾ, ਤਾਂ ਉਹਨੂੰ ਆਪਾਂ ਗ੍ਰਹਿ ਮੰਨ ਲਿਆ। ਫਿਰ ਕਹਿੰਦੇ ਨਹੀਂ ਪਲੂਟੋ ਗ੍ਰਹਿ ਨਹੀਂ ਹੈਗਾ, ਠੀਕ ਹੈ, ਫਿਰ ਉਹਨੂੰ ਬਾਹਰ ਕੱਢਤਾ, ਪਲੈਨਟ ਫਿਰ 8 ਰਹਿ ਗਏ। ਠੀਕ ਹੈ, ਤਾਂ ਮੋਰਲ ਆਫ ਦਾ ਸਟੋਰੀ ਇਜ਼ ਦੈਟ ਕਿ ਬੀ ਲਾਈਕ ਪਲੂਟੋ। ਕਹਿੰਦਾ ਪਲੂਟੋ ਦੀ ਤਰ੍ਹਾਂ ਬਣੋ। ਪਲੂਟੋ ਕਹਿੰਦਾ ਤੁਸੀਂ ਗ੍ਰਹਿ ਭਾਵੇਂ ਮੈਨੂੰ ਮੰਨੋ ਤੇ ਭਾਵੇਂ ਮੈਨੂੰ ਨਾ ਮੰਨੋ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਉਵੇਂ ਹੀ ਘੁੰਮਣਾ। ਠੀਕ ਹੈ, ਤਾਂ ਬੀ ਲਾਈਕ ਪਲੂਟੋ। ਤਾਂ ਕੀ ਹੈ, ਜੇ ਮੰਨ ਲਓ ਤੁਸੀਂ ਪਲੂਟੋ ਕਰਕੇ ਹੋ ਗਏ, ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਪੈ ਰਿਹਾ, ਕੋਈ ਤੁਸੀਂ ਦਿਖਾਵਾ ਪ੍ਰਭਾਵ ਨਹੀਂ ਹੈਗਾ, ਕੀ ਹੋਏਗਾ, ਮੰਗ ਜਿਹੜੀ ਹੈ ਘੱਟ ਕਰੋਗੇ। ਜਾਇਦਾਦ ਵਧੀ ਸੀ ਤਾਂ ਮੰਗ ਵਧੀ ਸੀ, ਜੇ ਜਾਇਦਾਦ ਘਟ ਗਈ ਤਾਂ ਮੰਗ ਕੀ ਹੋ ਜਾਏਗਾ, ਘਟ ਜਾਏਗੀ। ਬਚਤ ਦੇ ਘਟਣ ਕਰਕੇ, ਤੁਸੀਂ ਬਚਤ ਕੀ ਕਰ ਰਹੇ ਸੀ, ਪਹਿਲਾਂ ਨਾਲੋਂ ਘੱਟ ਕਰ ਰਹੇ ਸੀ, ਬਚਤ ਘੱਟ ਕਰ ਰਹੇ ਸੀ, ਮਤਲਬ ਖਰਚਾ ਜ਼ਿਆਦਾ ਕਰ ਰਹੇ ਸੀ ਤਾਂ ਮੰਗ ਜ਼ਿਆਦਾ ਕਰ ਰਹੇ ਸੀ। ਤਾਂ ਹੁਣ ਕੀ ਹੋ ਗਿਆ, ਬਚਤ ਦੇ ਵਧਣ ਕਰਕੇ ਤੁਸੀਂ ਬਚਤ ਵਧਾਤੀ। ਯਾਨੀ ਹੁਣ ਤੁਸੀਂ ਇਹ ਸੋਚ ਲਿਆ ਵੀ ਆਪਾਂ ਜ਼ਿਆਦਾ ਪੈਸੇ ਜਿਹੜੇ ਨੇ ਉਹ ਕੀ ਕਰਨੇ ਆ, ਬਚਾਣੇ ਨੇ। ਜੇ ਜ਼ਿਆਦਾ ਪੈਸੇ ਬਚਾਣੇ ਨੇ ਤਾਂ ਫਿਰ ਮੰਗ ਕੀ ਕਰੋਗੇ, ਘੱਟ ਕਰੋਗੇ, ਤਾਂ ਮੰਗ 'ਚ ਕੀ ਹੋ ਜਾਏਗਾ, ਕਮੀ ਹੋ ਜਾਏਗੀ। ਜਨਸੰਖਿਆ ਦਾ ਆਕਾਰ ਜਿਹੜਾ ਉਹ ਵਧਿਆ ਸੀ, ਉਹਦੇ ਕਰਕੇ ਮੰਗ ਵਧੀ ਸੀ। ਆਪਾਂ ਕੀ ਕੀਤਾ, ਆਪਾਂ ਇੱਥੇ ਕਰਤਾ ਜਨਸੰਖਿਆ ਦਾ ਆਕਾਰ ਘਟਣ ਕਰਕੇ, ਵੀ ਜਨਸੰਖਿਆ ਜਿਹੜੀ ਹੈ ਉਹ ਤੁਹਾਡੀ ਪਹਿਲਾਂ ਨਾਲੋਂ ਘਟ ਗਈ, ਜਨਸੰਖਿਆ ਘਟ ਰਹੇਗੀ। ਅਰੇ ਜਨਸੰਖਿਆ ਘਟ ਰਹੇਗੀ ਤੇ ਫਿਰ ਮੰਗ ਵੀ ਘਟ ਹੀ ਹੋਏਗੀ, ਤਾਂ ਮੰਗ ਕੀ ਹੋ ਜਾਏਗਾ, ਉਹਦੇ 'ਚ ਕਮੀ ਹੋ ਜਾਣੀ ਹੈ। ਜਨਸੰਖਿਆ ਦੀ ਰਚਨਾ ਵਿੱਚ ਬਦਲਾਵ ਹੋਣ ਕਰਕੇ ਕੀ ਹੋਇਆ ਸੀ, ਵੀ ਤੁਹਾਡੇ ਇੱਥੇ ਨੌਜਵਾਨ ਲੋਕ ਜਿਹੜੇ ਨੇ ਉਹਨਾਂ ਦੀ ਜਨਸੰਖਿਆ ਵਧੀ ਸੀ ਤਾਂ ਤੁਹਾਡੀ ਮੰਗ ਵਧੀ ਸੀ। ਉਲਟਾ ਪਕੜ ਲਓ ਵੀ ਹੁਣ ਤੁਹਾਡੇ ਕੀ ਹੋਇਆ, ਜਿਹੜੀ ਬਜ਼ੁਰਗ ਜਨਸੰਖਿਆ ਹੈ ਉਹ ਜ਼ਿਆਦਾ ਹੋ ਗਈ ਹੈ, ਤਾਂ ਕੀ ਹੋਏਗਾ, ਮੰਗ ਕੀ ਹੋ ਜਾਏਗੀ, ਘੱਟ ਹੋ ਜਾਏਗੀ। ਅਗਰ ਤੁਹਾਨੂੰ ਥੋੜਾ ਜਨਰਲ ਨੌਲੇਜ ਹੋਵੇ ਤਾਂ ਇੰਡੀਆ ਦੇ ਬਿਲਕੁਲ ਨਾਲ ਦੀ ਕੰਟਰੀ ਹੈ ਚਾਈਨਾ। ਚਾਈਨਾ ਦੇ ਵਿੱਚ ਨਾ ਸਿੰਗਲ ਚਾਈਲਡ ਪਾਲਿਸੀ ਜਿਹੜੀ ਹੈ ਉਹ ਚਲਦੀ ਸੀ, ਹੁਣ ਨਹੀਂ ਚਲਦੀ। ਸਿੰਗਲ ਚਾਈਲਡ ਪਾਲਿਸੀ ਮਤਲਬ ਉੱਥੇ ਸਿਰਫ ਇੱਕ ਹੀ ਬੱਚਾ ਹੋ ਸਕਦਾ ਤੁਹਾਡੀ। ਠੀਕ ਹੈ, ਹੁਣ ਕੀ ਹੋਇਆ, ਹੁਣ ਚਾਈਨਾ ਦੇ ਵਿੱਚ ਜਿਹੜੀ ਜਨਮ ਦਰ ਹੈ ਮਤਲਬ ਉਹ ਘਟ ਗਈ, ਜਨਮ ਦਰ ਘਟ ਗਈ, ਮਤਲਬ ਕੀ ਹੋ ਗਿਆ ਵੀ ਸਿਰਫ ਇੱਕ ਬੱਚਾ ਹੋ ਸਕਦਾ ਸਾਰਿਆਂ ਦੇ, ਤਾਂ ਬੱਚੇ ਘੱਟ ਪੈਦਾ ਹੋ ਰਹੇ ਹੈ। ਠੀਕ ਹੈ, ਜਨਮ ਦਰ ਘੱਟ ਹੈ। ਦੂਜਾ ਕੀ ਹੈ, ਉੱਥੇ ਮੌਤ ਦਰ ਵੀ ਘੱਟ ਹੈ ਕਿਉਂਕਿ ਉੱਥੇ ਮੈਡੀਕਲ ਫੈਸਿਲਿਟੀਜ਼ ਬਹੁਤ ਡਿਵੈਲਪ ਨੇ। ਤਾਂ ਕੀ ਹੋ ਰਿਹਾ ਹੈ, ਹੁਣ ਉੱਥੇ ਕੀ ਹੈ, ਲੋਕਾਂ ਦੀ ਜਿਹੜੀ ਉਮਰ ਹੈ ਨਾ ਉਹ ਬਹੁਤ ਜ਼ਿਆਦਾ ਹੋ ਰਹੀ ਹੈ। ਮਤਲਬ ਲੋਕੀ ਨਾ ਬੜੀ ਵੱਡੀ ਉਮਰ ਦੇ ਵਿੱਚ, ਕੋਈ 90 ਸਾਲ 100 ਸਾਲ 110 ਸਾਲ ਤੱਕ ਉਮਰ ਉਹਨਾਂ ਦੀ ਚਲੀ ਜਾਂਦੀ ਹੈ। ਪਰ ਜਿਹੜੀ ਸੋਚ ਕੇ ਦੇਖੋ ਵੀ ਜਿਹੜੇ ਲੋਕਾਂ ਦੀ ਉਮਰ ਜਿਹੜੀ ਹੈ 100 ਸਾਲ ਜਾਂ 110 ਸਾਲ ਹੈ, ਉਹ ਕੰਮ ਥੋੜੀ ਕਰ ਸਕਦੇ ਨੇ। ਵੈਸੇ ਉਹਨਾਂ ਦੀ ਉਮਰ ਜ਼ਿਆਦਾ ਹੈ ਪਰ ਉਹ ਕੰਮ ਨਹੀਂ ਕਰ ਸਕਦੇ। ਤਾਂ ਕੀ ਹੋ ਰਿਹਾ, ਉੱਥੇ ਕੀ ਹੋ ਗਿਆ, ਉੱਥੇ ਜਿਹੜੇ ਬਜ਼ੁਰਗਾਂ ਦੀ ਜਨਸੰਖਿਆ ਉਹ ਇੰਨੀ ਜ਼ਿਆਦਾ ਵੱਧ ਗਈ। ਕੀ ਹੋਇਆ, ਹੁਣ ਬਜ਼ੁਰਗ ਤਾਂ ਇੱਕ ਤਰ੍ਹਾਂ ਦਾ ਆਪਾਂ ਨੂੰ ਕਹਿੰਦੇ ਆ ਡਿਪੈਂਡੈਂਸੀ ਨੇ, ਨਿਰਭਰ ਜਨਸੰਖਿਆ ਹੁੰਦੀ ਹੈ ਵੀ ਜਿਹੜੀ ਨਿਰਭਰ ਕਰਦੀ ਹੈ। ਠੀਕ ਹੈ, ਆਮ ਜਿਹੜੇ ਨੌਜਵਾਨ ਪੀੜ੍ਹੀ ਦੇ ਉੱਪਰ। ਹੁਣ ਨੌਜਵਾਨ ਪੀੜ੍ਹੀ ਹੈ ਨਹੀਂ ਕਿਉਂਕਿ ਨਵੀਂ ਜਨਸੰਖਿਆ ਆ ਨਹੀਂ ਰਹੀ, ਕਿਉਂਕਿ ਕੀ ਹੋ ਰਿਹਾ ਵੀ ਸਿਰਫ ਸਿੰਗਲ ਚਾਈਲਡ ਪਾਲਿਸੀ ਹੈ, ਤਾਂ ਨਵੀਂ ਜਨਸੰਖਿਆ ਆ ਨਹੀਂ ਰਹੀ। ਮਤਲਬ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਘੱਟ ਹੈ, ਜਿਹਨੇ ਮੰਗ ਕਰਨੀ ਸੀ ਉਹ ਘੱਟ ਹੈ, ਤੇ ਜਿਹੜੀ ਬਜ਼ੁਰਗ ਪੀੜ੍ਹੀ ਹੈ ਉਹ ਕੀ ਹੈ, ਉਹ ਜ਼ਿਆਦਾ ਹੈ। ਤਾਂ ਕੀ ਹੋ ਗਿਆ, ਉੱਥੇ ਮੰਗ ਘਟ ਗਈ। ਤਾਂ ਹੁਣ ਉਹਨਾਂ ਨੇ ਕੀ ਕੀਤਾ ਹੈ, ਆਪਣੀ ਜਿਹੜੀ ਸਿੰਗਲ ਚਾਈਲਡ ਪਾਲਿਸੀ ਹੈ ਉਹਨੂੰ ਛੱਡਤਾ ਤੇ ਉਹਦੀ ਥਾਂ ਤੇ ਹੁਣ ਆਪਣੀ 2 ਚਾਈਲਡ ਪਾਲਿਸੀ ਤੇ ਆ ਗਏ ਨੇ। ਯਾਨੀ ਹੁਣ ਉੱਥੇ ਉਹਨਾਂ ਨੇ 2 ਬੱਚੇ ਅਲਾਉਡ ਕਰਤੇ ਨੇ। ਹੁਣ ਕੀ ਹੋਏਗਾ, ਉੱਥੇ ਮੰਗ ਜਿਹੜੀ ਹੈ ਉਹ ਵਧੇਗੀ। ਫਿਰ ਕੀ ਹੋ ਸਕਦਾ ਹੈ, ਸਰਕਾਰ ਦੀ ਨੀਤੀ ਦੇ ਪੱਖ ਵਿੱਚ ਹੋਣ ਕਰਕੇ, ਸਰਕਾਰ ਦੀ ਨੀਤੀ ਤੁਹਾਡੇ ਪੱਖ ਵਿੱਚ ਹੋਈ ਸੀ ਤਾਂ ਮੰਗ ਜਿਹੜੀ ਹੈ ਉਹ ਵਧੀ ਸੀ। ਤਾਂ ਸਰਕਾਰ ਦੀ ਨੀਤੀ ਕੀ ਹੋਗੀ, ਤੁਹਾਡੇ ਵਿਰੋਧ ਵਿੱਚ ਹੋਗੀ। ਸਰਕਾਰ ਕਹਿੰਦੀ ਆਹ ਚੀਜ਼ ਤਾਂ ਵਿਕਣ ਨਹੀਂ ਦੇਣੀ ਬਾਜ਼ਾਰ ਦੇ ਵਿੱਚ, ਭਾਵੇਂ ਜੋ ਮਰਜ਼ੀ ਹੋ ਜਾਵੇ। ਕੀ ਹੋਏਗਾ, ਸਰਕਾਰ ਉਹਦਾ ਕੋਟਾ ਫਿਕਸ ਕਰੇਗੀ, ਸਰਕਾਰ ਉਹਦੇ ਲਾਇਸੈਂਸ ਦੇਣੇ ਬੰਦ ਕਰ ਦੇਗੀ। ਕੀ ਹੋਏਗਾ, ਮੰਗ ਆਪਣੇ ਆਪ ਘਟ ਜਾਏਗੀ। ਫਿਰ ਸਰਕਾਰ ਦੁਆਰਾ ਕਰ ਘਟਾਉਣ ਕਰਕੇ, ਸਰਕਾਰ ਨੇ ਟੈਕਸ ਘਟਾਏ ਸੀ ਤਾਂ ਚੀਜ਼ ਸਸਤੀ ਹੋਈ ਸੀ ਤਾਂ ਮੰਗ ਵਧੀ ਸੀ। ਹੁਣ ਕੀ ਕੀਤਾ, ਹੁਣ ਸਰਕਾਰ ਨੇ ਕੀ ਕੀਤਾ, ਟੈਕਸ ਜਿਹੜੇ ਨੇ ਉਹ ਕੀ ਕਰਤੇ, ਵਧਾਤੇ। ਤਾਂ ਸਰਕਾਰ ਦੁਆਰਾ ਟੈਕਸ ਵਧਾਉਣ ਕਰਕੇ ਕੀ ਹੋ ਜਾਏਗਾ, ਚੀਜ਼ ਮਹਿੰਗੀ ਹੋ ਜਾਏਗੀ, ਲੋਕੀ ਆਪੇ ਨਹੀਂ ਖਰੀਦਣਗੇ। ਮੌਸਮ ਦੇ ਵਸਤੂ ਦੇ ਮੰਗ ਦੇ ਪੱਖ ਵਿੱਚ ਹੋਣ ਕਰਕੇ, ਠੀਕ ਹੈ, ਤਾਂ ਇੱਥੇ ਆਪਾਂ ਕੀ ਲਿਖ ਦਿੰਦੇ ਆ, ਵਿਰੋਧ ਵਿੱਚ ਹੋਣ ਕਰਕੇ। ਯਾਨੀ ਹੁਣ ਸਰਦੀਆਂ ਦੇ ਵਿੱਚ ਕੀ ਹੋਊਗਾ, ਗਰਮੀਆਂ ਦੀਆਂ ਵਸਤੂਆਂ ਦੀ ਮੰਗ ਕੀ ਹੋਏਗਾ, ਘਟ ਜਾਏਗੀ, ਕਿਉਂਕਿ ਜਿਹੜਾ ਮੌਸਮ ਹੈ
ਉਹ ਗਰਮੀ ਦੀਆਂ ਵਸਤੂਆਂ ਦੇ ਵਿਰੋਧ ਵਿੱਚ ਹੈ, ਖਿਲਾਫ ਹੈ। ਹੁਣ ਸਰਦੀਆਂ 'ਚ ਕੌਣ ਏਸੀ ਚਲਾਏਗਾ, ਗੱਲ ਸੋਚਣ ਵਾਲੀ ਹੈ। ਠੀਕ ਹੈ, ਸਰਦੀਆਂ 'ਚ ਕੌਣ ਪੱਖੇ ਚਲਾਏਗਾ, ਕੋਈ ਵੀ ਨਹੀਂ। ਕੌਣ ਕੂਲਰ ਚਲਾਏਗਾ, ਕੋਈ ਵੀ ਨਹੀਂ। ਕੀ ਹੋਏਗਾ, ਮੰਗ ਜਿਹੜੀ ਹੈ ਉਹ ਮੌਸਮ ਦੇ ਖਿਲਾਫ ਚਲੇਗੀ ਤਾਂ ਮੰਗ ਕੀ ਹੋ ਜਾਏਗਾ, ਘਟ ਜਾਏਗੀ। ਆਮਦਨ ਦੀ ਵੰਡ ਬਰਾਬਰ ਸੀ ਤਾਂ ਮੰਗ ਕੀ ਸੀ, ਜ਼ਿਆਦਾ ਸੀ, ਕਿਉਂਕਿ ਸਾਰੇ ਲੋਕੀ ਜਿਹੜੇ ਨੇ ਉਹ ਮੰਗ ਕਰ ਰਹੇ ਸੀ। ਹੁਣ ਮੰਗ ਦੀ ਵੰਡ ਕੀ ਹੋਗੀ, ਅਸਮਾਨ ਹੋਗੀ। ਮਤਲਬ ਮੰਗ ਦੀ ਵੰਡ, ਆਮਦਨ ਦੀ ਵੰਡ ਜਿਹੜੀ ਹੈ ਉਹ ਬਰਾਬਰ ਨਹੀਂ ਹੈਗੀ। ਸਾਰੇ ਲੋਕਾਂ ਕੋਲ ਬਰਾਬਰ ਬਰਾਬਰ ਪੈਸੇ ਨਹੀਂ ਹੈਗੇ। ਕੁਝ ਲੋਕਾਂ ਕੋਲ ਬਹੁਤ ਪੈਸਾ ਹੈ, ਕੁਝ ਲੋਕਾਂ ਕੋਲ ਬਿਲਕੁਲ ਨਹੀਂ ਹੈਗਾ। ਦੋਨੋਂ ਹੀ ਮੰਗ ਨਹੀਂ ਕਰ ਸਕਦੇ ਤਾਂ ਮੰਗ ਨਹੀਂ ਹੋਏਗੀ। ਤਾਂ ਮੰਗ ਕੀ ਹੋ ਜਾਏਗਾ, ਘਟ ਜਾਏਗੀ। ਤਾਂ ਮੰਗ ਦੇ ਵਿੱਚ ਵਾਧੇ ਦੇ ਕਾਰਨ ਤੇ ਮੰਗ ਦੇ ਵਿੱਚ ਕਮੀ ਦੇ ਕਾਰਨ ਬਿਲਕੁਲ ਉਲਟੇ ਨੇ ਇੱਕ ਦੂਜੇ ਨਾਲੋਂ। ਮੈਂ ਤਾਂ ਹੀ ਇਹ ਦੁਬਾਰਾ ਨਹੀਂ ਲਿਖਿਆ, ਸਿਰਫ ਜੋ ਪਹਿਲਾਂ ਲਿਖਿਆ ਸੀ ਉਹਦੇ ਉੱਪਰ ਹੀ ਜਿਹੜੇ ਨੇ ਉਹ ਮੈਂ ਚੇਂਜਸ ਕੀਤੇ ਨੇ। ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਹੈ ਇਹਨੂੰ ਸਮਝ ਸਕਦੇ ਹੋ। ਕ੍ਰੈਮ ਨਹੀਂ ਕਰਨਾ, ਖੁਦ ਦਾ ਦਿਮਾਗ ਲਗਾਉਣਾ ਹੈ, ਸੋਚਣਾ ਹੈ ਵੀ ਜੇ ਮੰਗ ਵਧੇਗੀ ਤਾਂ ਕਿਵੇਂ ਕਿਵੇਂ ਵੱਧ ਸਕਦੀ ਹੈ, ਮੰਗ ਘਟੇਗੀ ਤਾਂ ਕਿਵੇਂ ਕਿਵੇਂ ਜਿਹੜੀ ਹੈ ਉਹ ਘਟ ਸਕਦੀ ਹੈ। ਤਾਂ ਇਸ ਤਰ੍ਹਾਂ ਆਪਾਂ ਜਿਹੜਾ ਹੈ ਇਹ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ। ਹੁਣ ਆਮ ਤੌਰ ਤੇ ਕੀ ਹੁੰਦਾ ਹੈ, ਆਪਣੇ ਸਾਹਮਣੇ ਨਾ ਕਈ ਵਾਰੀ ਇੱਕ ਕੁਐਸਚਨ ਆ ਜਾਂਦਾ ਹੈ ਕਿ ਦੇਖੋ ਜੀ ਅਸੀਂ ਤੁਹਾਨੂੰ ਚਾਰ ਕਨਸੈਪਟ ਜਿਹੜੇ ਨੇ ਉਹ ਕਰਾਏ। ਇੱਕ ਅਸੀਂ ਕਰਾਇਆ ਤੁਹਾਨੂੰ ਮੰਗ ਵਿੱਚ ਵਿਸਥਾਰ, ਇੱਕ ਕਰਾਇਆ ਮੰਗ ਵਿੱਚ ਵਾਧਾ। ਠੀਕ ਹੈ, ਤਾਂ ਉਹਨਾਂ ਦੋਨਾਂ 'ਚ ਅੰਤਰ ਕੀ ਹੈ। ਤੇ ਹੁਣ ਜੇ ਅੰਤਰ ਕਰਨਾ ਹੁੰਦਾ ਨਾ ਤਾਂ ਸਿੰਪਲ ਜੀ ਗੱਲ ਹੈ ਕਿ ਬੋਰਡ ਦੇ ਬਿਲਕੁਲ ਵਿੱਚ ਵਿਚਕਾਰ ਜਾਂ ਪੇਜ ਦੇ ਬਿਲਕੁਲ ਵਿੱਚ ਵਿਚਕਾਰ ਲਾਈਨ ਲਗਾ ਲਿਆ ਕਰੋ। ਇੱਧਰ ਆਪਾਂ ਲਿਖ ਲੈਂਦੇ ਆ ਮੰਗ ਵਿੱਚ ਵਿਸਥਾਰ, ਇੱਧਰ ਆਪਾਂ ਲਿਖ ਲੈਂਦੇ ਆ ਮੰਗ ਵਿੱਚ ਵਾਧਾ। ਤਾਂ ਇਹਨਾਂ 'ਚ ਅੰਤਰ ਕੀ ਹੈ। ਠੀਕ ਹੈ, ਹੁਣ ਕੀ ਹੋਊਗਾ, ਜਦੋਂ ਆਪਾਂ ਮੰਗ ਦੇ ਵਿੱਚ ਵਿਸਥਾਰ ਕਰਦੇ ਆ ਤਾਂ ਇੱਧਰ ਹੁੰਦਾ ਹੈ ਕੀਮਤ, ਇੱਧਰ ਹੁੰਦੀ ਹੈ ਮੰਗ। ਇੱਧਰ ਵੀ ਆਪਾਂ ਲਿਖ ਲੈਂਦੇ ਆ ਕੀਮਤ, ਇੱਧਰ ਆਪਾਂ ਕੀ ਲਿਖ ਲੈਂਦੇ ਆ ਮੰਗ। ਤਾਂ ਕੀਮਤ ਹੈ ਮੰਨ ਲਓ 3 ਰੁਪਏ, ਤਾਂ ਮੰਗ ਹੈ 3 ਇਕਾਈਆਂ ਦੀ। ਕੀਮਤ ਹੋਗੀ 2 ਰੁਪਏ ਤਾਂ ਮੰਗ ਹੋਗੀ 4 ਇਕਾਈਆਂ ਦੀ। ਤਾਂ ਮੰਗ 3 ਤੋਂ 4 ਹੋਈ, ਮੰਗ ਵਧੀ। ਕਿੰਨੇ ਕਰਕੇ ਵਧੀ, ਜਦੋਂ ਕੀਮਤ 3 ਰੁਪਏ ਤੋਂ ਘਟ ਕੇ 2 ਰੁਪਏ ਹੋਈ। ਐਵੇਂ ਹੋਇਆ। ਯਾਨੀ ਅਗਰ ਆਪਾਂ ਇਹਦੀ ਡਾਇਗਰਾਮ ਬਣਾਈਏ ਤਾਂ ਡਾਇਗਰਾਮ ਆਪਾਂ ਬੜੀ ਵਾਰੀ ਬਣਾ ਚੁੱਕੇ ਆ। ਇੱਧਰ ਕੀ ਲਾਵਾਂਗੇ ਕੀਮਤ ਤੇ ਇਸ ਪਾਸੇ ਕੀ ਲਾਵਾਂਗੇ ਮੰਗ। 1 2 3 4, 1 2 3 4। ਦੇਖੋ ਤਾਂ ਹੁਣ ਇੱਧਰ ਕੀ ਹੋਇਆ, ਕੀਮਤ 3 ਸੀ ਤਾਂ ਮੰਗ ਕਿੰਨੀ ਸੀ 3। ਕੀਮਤ 3 ਤਾਂ ਮੰਗ 3। ਆਪਾਂ ਕਿਹੜੇ ਪੁਆਇੰਟ ਤੇ ਸੀ, A ਪੁਆਇੰਟ ਤੇ। ਕੀਮਤ ਹੋਈ 2 ਤੇ ਮੰਗ ਹੋਈ 4 ਤਾਂ ਆਪਾਂ ਕਿੱਧਰ ਆ ਗਏ B ਪੁਆਇੰਟ ਤੇ। ਇਹਨਾਂ ਦੋਨੋਂ ਨੂੰ ਮਿਲਾਤਾ ਤਾਂ ਆਪਣੀ ਮੰਗ ਵਕਰ ਬਣ ਗਈ DD। ਠੀਕ, ਇੱਧਰ ਆ ਜਾਓ। ਕੀਮਤ 3 ਹੈ, ਮੰਗ 3 ਹੈ, ਕੀਮਤ 3 ਹੀ ਹੈ, ਮੰਗ 4 ਹੋ ਗਈ। ਯਾਨੀ ਹੁਣ ਸੋਚੋ ਵੀ ਇੱਧਰ ਤਾਂ ਮੰਗ 4 ਹੋਈ ਸੀ ਜਦੋਂ ਕੀਮਤ 3 ਤੋਂ ਘਟ ਕੇ 2 ਹੋਈ ਸੀ, ਪਰ ਇੱਧਰ ਤਾਂ ਕੀਮਤ ਨੇ ਬਦਲਣਾ ਹੀ ਨਹੀਂ ਕਿਉਂਕਿ ਤਾਂ ਕੀਮਤ ਤੋਂ ਬਿਨਾ ਦੂਜੇ ਤੱਤਾਂ ਕਰਕੇ ਹੁੰਦਾ। ਹੁਣ ਅਗਰ ਆਪਾਂ ਇਹਦੀ ਡਾਇਗਰਾਮ ਬਣਾਈਏ ਤਾਂ ਇਸ ਸਾਈਡ ਤੇ ਆਪਾਂ ਮੰਗ ਲੈ ਲਾਂਗੇ, ਇਸ ਸਾਈਡ ਤੇ ਆਪਾਂ ਕੀਮਤ ਲੈ ਲਾਂਗੇ। ਤਾਂ 1 2 3 4, ਐਵੇਂ 1 2 3 4। ਸ਼ੁਰੂਆਤ ਦੇ ਵਿੱਚ ਕੀਮਤ 3 ਹੈ, ਮੰਗ 3 ਹੈ। ਆਪਾਂ ਇਸ ਪੁਆਇੰਟ ਤੇ ਆ A ਪੁਆਇੰਟ ਤੇ। ਹੁਣ ਕੀਮਤ 3 ਹੀ ਹੈ, ਮੰਗ ਕਿੰਨੀ ਹੋ ਗਈ 4 ਤਾਂ ਆਪਾਂ ਕਿੱਧਰ ਚਲੇ ਗਏ B ਪੁਆਇੰਟ ਤੇ। ਹੁਣ A ਤੇ B ਸੇਮ ਮੰਗ ਵਕਰ ਤੇ ਨਹੀਂ ਆ ਸਕਦੇ ਤਾਂ A ਪੁਆਇੰਟ ਵਾਸਤੇ ਮੰਗ ਵਕਰ ਅਲੱਗ DD, B ਪੁਆਇੰਟ ਵਾਸਤੇ ਮੰਗ ਵਕਰ ਅਲੱਗ ਕਿਹੜੀ D1 D1, ਪਰ ਬਣਨਗੀਆਂ ਸਮਾਨਾਂਤਰ। ਕਿਉਂ ਬਣਨਗੀਆਂ, ਆਲਰੇਡੀ ਗੱਲ ਕਰ ਚੁੱਕੇ ਹਾਂ। ਠੀਕ, ਹੁਣ ਇਹਨਾਂ ਦੋਨਾਂ ਦੇਖੋ ਤੁਹਾਨੂੰ ਕੀ ਡਿਫਰੈਂਸ ਨਜ਼ਰ ਆ ਰਿਹਾ ਹੈ, ਕੀ ਅੰਤਰ ਨਜ਼ਰ ਆ ਰਿਹਾ ਹੈ। ਪਹਿਲਾ ਅੰਤਰ ਵੀ ਜਿਹੜਾ ਮੰਗ ਵਿੱਚ ਵਿਸਥਾਰ ਹੈ ਉਹ ਕਿੰਦੇ ਕਰਕੇ ਹੁੰਦਾ ਹੈ, ਉਹ ਕੀਮਤ ਕਰਕੇ ਹੁੰਦਾ ਹੈ। ਪਹਿਲਾ ਅੰਤਰ। ਠੀਕ ਹੈ, ਮੰਗ ਵਿੱਚ ਵਿਸਥਾਰ ਕਿੰਦੇ ਕਰਕੇ ਹੋਏਗਾ, ਕੀਮਤ ਕਰਕੇ ਹੋਏਗਾ, ਜਦੋਂ ਬਾਕੀ ਤੱਤਾਂ ਦੇ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਮੰਗ ਵਿੱਚ ਵਾਧਾ, ਇਹ ਜਿਹੜਾ ਮੰਗ ਵਿੱਚ ਵਾਧਾ ਹੈ ਇਹ ਕੀਮਤ ਨੂੰ ਛੱਡ ਕੇ ਬਾਕੀ ਤੱਤਾਂ ਵਿੱਚ ਹੋਣ ਵਾਲੇ ਬਦਲਾਵ ਕਰਕੇ ਹੁੰਦਾ। ਯਾਨੀ ਇੱਧਰ ਕੀਮਤ ਬਦਲਣੀ ਹੈ, ਬਾਕੀ ਤੱਤ ਸਥਿਰ ਰੱਖਣੇ ਨੇ। ਇੱਧਰ ਕੀਮਤ ਸਥਿਰ ਰੱਖਣੀ ਹੈ ਤੇ ਬਾਕੀ ਤੱਤ ਬਦਲਣੇ ਨੇ। ਠੀਕ ਹੋ ਗਿਆ। ਨੰਬਰ 2,
ਵੀ ਮੰਗ ਦੇ ਵਿੱਚ ਵਿਸਥਾਰ ਚ ਕੀ ਹੁੰਦਾ ਹੈ, ਉਪਭੋਗਤਾ ਸੇਮ ਮੰਗ ਵਕਰ ਤੇ ਰਹਿੰਦਾ ਹੈ। ਇਹਦੇ ਚ ਕੀ ਹੁੰਦਾ ਹੈ, ਇੱਕ ਨਵੀਂ ਮੰਗ ਵਕਰ ਤੇ ਚਲਾ ਜਾਂਦਾ ਹੈ। ਇਹਦੇ ਚ ਕੀ ਹੋਏਗਾ ਕਿ ਉਪਭੋਗਤਾ ਉੱਪਰ ਵਾਲੇ ਪੁਆਇੰਟ ਤੋਂ ਨੀਚੇ ਵਾਲੇ ਪੁਆਇੰਟ ਵੱਲ ਆਏਗਾ। ਇਹਦੇ ਚ ਕੀ ਹੋਏਗਾ, ਇੱਕ ਉਪਭੋਗਤਾ ਸੱਜੇ ਪਾਸੇ ਵੱਲ ਨਵੀਂ ਮੰਗ ਵਕਰ ਤੇ ਚਲਾ ਜਾਏਗਾ। ਠੀਕ ਹੈ, ਇਹ ਜਿਹੜਾ ਬਦਲਾਵ ਹੈ ਸਿਰਫ ਕੀਮਤ ਕਰਕੇ। ਇਹਦੇ ਚ ਦੋ ਚਾਰ ਐਗਜ਼ਾਮਪਲ ਲਿਖਦੇ ਆ ਜੇ ਵੀ ਆਮਦਨ ਦੇ ਵਧਣ ਕਰਕੇ, ਰੁਚੀਆਂ ਦੇ ਪ੍ਰਾਥਮਿਕਤਾਵਾਂ ਦੇ ਹੱਕ ਵਿੱਚ ਹੋਣ ਕਰਕੇ, ਪੂਰਕ ਵਸਤੂ ਦੀ ਕੀਮਤ ਦੇ ਘਟਣ ਕਰਕੇ, ਸਥਾਨਾਪਨ ਵਸਤੂ ਦੀ ਕੀਮਤ ਦੇ ਵਧਣ ਕਰਕੇ, ਜਨਸੰਖਿਆ ਦਾ ਆਕਾਰ ਵਧਣ ਕਰਕੇ ਇਹ ਹੋ ਸਕਦਾ ਹੈ। ਤਾਂ ਇਹ ਦੋਨਾਂ ਚ ਕੀ ਹੋ ਜਾਣਗੇ, ਡਿਫਰੈਂਸ ਹੋ ਜਾਣਗੇ। ਯਾਦ ਰੱਖਣ ਦੀ ਲੋੜ ਨਹੀਂ ਹੈ, ਡਾਇਗਰਾਮ ਖੁਦ ਸਾਰੀਆਂ ਚੀਜ਼ਾਂ ਜਿਹੜਾ ਹੈ ਉਹ ਬੋਲ ਰਹੀ ਹੈ। ਕਲੀਅਰ ਹੋ ਗਿਆ। ਇਸੇ ਤਰ੍ਹਾਂ ਜਿਵੇਂ ਮੰਗ ਵਿੱਚ ਵਿਸਥਾਰ ਤੇ ਮੰਗ ਵਿੱਚ ਵਾਧਾ, ਇਹਨਾਂ ਦੋਨਾਂ ਚ ਅੰਤਰ ਕੀਤਾ ਹੈ, ਤਾਂ ਅਗਲਾ ਕੁਐਸਚਨ ਆ ਜਾਂਦਾ ਹੈ ਕਈ ਵਾਰੀ ਕਿ ਇੱਕ ਹੋਰ ਟੌਪਿਕ ਕਰਾਇਆ ਸੀ, ਉਹ ਸੀ ਮੰਗ ਵਿੱਚ ਸੰਕੁਚਨ ਯਾਨੀ ਕਿ ਸੁੰਗੜਨ, ਤੇ ਦੂਸਰਾ ਕਰਾਇਆ ਸੀ ਮੰਗ ਵਿੱਚ ਕਮੀ। ਇਹਨਾਂ ਦੋਨਾਂ ਚ ਕੀ ਅੰਤਰ ਹੁੰਦਾ ਹੈ? ठीक है, तो फिर दोनों दे बना लेने आ। इधर भी की करते हैं कीमत, नाल ले लेने आ मंग, इधर भी ले लेने आ कीमत, नाल ले लेने आ मंग। तक कीमत हैगी है 3 रुपए, मंग हैगी है 3 इकाइयां दी। हुण मंग ने घटना है। ठीक है, मंग च की होना है, संकुचन होना है, मंग ने सुंगड़ना है। किंदे करके? कीमत करके। तो कीमत नूं की करना पेगा, वधना पेगा। कीमत वध के 4 होगी, ਮੰਗ ਘਟ ਕੇ 2 ਹੋਗੀ। ਠੀਕ ਹੋ ਗਿਆ। ਤਾਂ ਮੰਗ 3 ਤੋਂ ਘਟ ਕੇ 2 ਹੋਈ ਹੈ, ਕਿੰਦੇ ਕਰਕੇ ਹੋਈ ਹੈ? ਕੀਮਤ ਕਰਕੇ, ਕਿਉਂਕਿ ਕੀਮਤ 3 ਤੋਂ ਵੱਧ ਕੇ ਕਿੰਨੀ ਹੋਈ ਹੈ? 4। ਇੱਧਰ ਦੇਖੋ, ਇੱਧਰ ਕੀਮਤ 3, ਮੰਗ 3। ਹੁਣ ਮੰਗ ਘਟਾਣੀ ਹੈ। ਠੀਕ ਹੈ, ਪਰ ਕੀਮਤ ਕਰਕੇ ਨਹੀਂ, ਕੀਮਤ ਓਨੀ ਦੀ ਓਨੀ, ਤਾਂ ਮੰਗ ਕਿੰਨੀ ਹੋਗੀ? 2। ਇੱਧਰ ਵੀ ਮੰਗ 2 ਹੋਈ ਹੈ, ਇੱਧਰ ਵੀ ਮੰਗ 2 ਹੋਈ ਹੈ। ਦੋਨਾਂ ਪਾਸੇ ਮੰਗ 3 ਤੋਂ ਘਟ ਕੇ 2, 3 ਤੋਂ ਘਟ ਕੇ 2 ਹੋਈ ਹੈ। पर जो इधर हुई है वो कीमत करके हुई है, क्योंकि कीमत वधी है। इधर कीमत करके तो हुई नहीं, क्योंकि कीमत तो उन्नी दी उन्नी रही है। यानी जो मंग घटी है वो बाकी तत्तां करके घटी होएगी, वो जिहड़ी है कीमत करके तो नहीं घटी होनी। हुण अगर आपां डायग्राम बनाइए तो डायग्राम किवें बन सकदी है? फिर उवें ही इधर आपां की करदे आ, मंग ले लैंदे आ, इधर आपां की करदे आ, कीमत ले लैंदे आ। 1 2 3 4 ਐਵੇਂ 1 2 3 4। ਠੀਕ ਹੈ, ਸ਼ੁਰੂਆਤ ਵਿੱਚ ਕੀਮਤ 3 ਹੈ ਤਾਂ ਮੰਗ 3 ਹੈ। ਆਪਾਂ ਇਸ A ਪੁਆਇੰਟ ਤੇ ਆ। ਹੁਣ ਕੀਮਤ ਹੋ ਗਈ 4 ਤਾਂ ਮੰਗ ਕਿੰਨੀ ਹੋ ਗਈ? 2। ਤਾਂ ਆਪਾਂ ਕੀ ਹੋ ਗਏ? S ਪੁਆਇੰਟ ਤੇ ਆ ਗਏ, B ਪੁਆਇੰਟ ਤੇ A ਤੇ B ਨੂੰ ਮਿਲਾ ਦਿਓ ਤਾਂ ਆਪਣੀ ਮੰਗ ਵਕਰ ਬਣ ਗਈ DD। ਇੱਧਰ ਆ ਜਾਓ। ਹੁਣ ਇੱਧਰ ਵੀ ਆਪਾਂ X ਐਕਸਿਸ ਤੇ ਮੰਗ ਤੇ Y एक्सिस ते कीमत ले ली 1 2 3 4। इधर भी 1 2 3 4। ठीक, कीमत 3 है तो मंग 3 है, तो आप A पॉइंट ते हैगे आ। हुण कीमत 3 ही है, मंग कितनी होगी? 2। जे मंग 2 हुई तो आप आ गए S पॉइंट ते, B पॉइंट ते। यानी हुण की हो सकता है? ਹੁਣ A ਤੇ B ਸੇਮ ਮੰਗ ਵਕਰ ਤੇ ਨਹੀਂ ਆ ਸਕਦੇ, ਤਾਂ ਕੀ ਕਰਨਾ ਪਏਗਾ? A ਪੁਆਇੰਟ ਵਾਸਤੇ ਮੰਗ ਵਕਰ ਅਲੱਗ DD, B ਪੁਆਇੰਟ ਵਾਸਤੇ ਮੰਗ ਵਕਰ ਅਲੱਗ ਕਿਹੜੀ? D1 D1। ਪਹਿਲਾਂ ਨਾਲੋਂ ਹੇਠਾਂ ਬਣੇਗੀ ਪਰ ਸਮਾਨਾਂਤਰ ਬਣੇਗੀ। ਹੁਣ ਇਹਨਾਂ ਦੋਨਾਂ ਦੇ ਵਿੱਚ ਅੰਤਰ ਦੇਖੋ ਕੀ ਹੈ ਵੀ ਮੰਗ ਵਿੱਚ ਸੰਕੁਚਨ ਕਿੰਨੇ ਕਰਕੇ ਹੁੰਦਾ ਹੈ? ਕੀਮਤ ਕਰਕੇ, ਜਦੋਂ ਬਾਕੀ ਤੱਤ ਸਥਿਰ ਰਹਿੰਦੇ ਨੇ। ਮੰਗ ਵਿੱਚ ਕਮੀ ਜਿਹੜੀ ਹੈ ਉਹ ਬਾਕੀ ਤੱਤਾਂ ਕਰਕੇ ਹੁੰਦੀ ਹੈ ਜਦੋਂ ਕੀਮਤ ਸਥਿਰ ਰਹਿੰਦੀ ਹੈ। ਠੀਕ ਹੋ ਗਿਆ। ਇਹਦੇ ਵਿੱਚ ਕੀ ਹੋਏਗਾ? ਕੀਮਤ ਵਧੇਗੀ ਤਾਂ ਮੰਗ ਚ ਸੰਕੁਚਨ ਹੋ ਜਾਏਗਾ, ਕੀਮਤ ਸੇਮ ਰਹੇਗੀ ਪਰ ਮੰਗ ਵਿੱਚ ਪਹਿਲਾਂ ਨਾਲੋਂ ਕਮੀ ਹੋ ਜਾਏਗੀ। ਇਹਦੇ ਵਿੱਚ ਕੀ ਹੋਏਗਾ ਵੀ ਜਿਹੜਾ ਉਪਭੋਗਤਾ ਹੈ ਉਹ ਸੇਮ ਮੰਗ ਵਕਰ ਤੇ ਰਹੇਗਾ, ਇਹਦੇ ਵਿੱਚ ਕਿਸੇ ਹੋਰ ਮੰਗ ਵਕਰ ਤੇ ਚਲਾ ਜਾਏਗਾ। ਇਹਦੇ ਚ ਕੀ ਹੋਏਗਾ? ਉਪਭੋਗਤਾ ਹੇਠਾਂ ਵਾਲੇ ਪੁਆਇੰਟ ਤੋਂ ਉੱਪਰ ਵਾਲੇ ਪੁਆਇੰਟ ਵੱਲ ਜਾਏਗਾ। ਇਹਦੇ ਚ ਕੀ ਹੋਏਗਾ? ਪੁਰਾਣੀ ਮੰਗ ਵਕਰ ਦੇ ਸਮਾਨਾਂਤਰ ਖੱਬੇ ਪਾਸੇ ਬਣੀ ਇੱਕ ਨਵੀਂ ਮੰਗ ਵਕਰ ਤੇ ਜਿਹੜਾ ਹੈ
ਉਹ ਚਲਾ ਜਾਏਗਾ ਤਾਂ ਇਹ ਇਹਨਾਂ ਦੋਨਾਂ ਦੇ ਵਿੱਚ ਅੰਤਰ ਜਿਹੜਾ ਹੈ ਹੋ ਜਾਂਦਾ ਹੈ। ਡਾਇਗਰਾਮ ਜਿਹੜੀ ਹੈ ਉਹ ਸਾਰੇ ਦੇ ਸਾਰੇ ਅੰਤਰ ਜਿਹੜਾ ਹੈ ਉਹ ਆਪ ਕਲੀਅਰ ਕਰ ਰਹੀ ਹੈ। ਆਪਾਂ ਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹ ਕ੍ਰੈਮ ਕਰਨ ਦੀ, ਰੱਟਾ ਮਾਰਨ ਦੀ ਲੋੜ ਨਹੀਂ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖੁਦ ਹੀ ਐਕਸਪਲੇਨ ਹੋ ਰਹੀਆਂ ਨੇ। ਤਾਂ ਇਹ ਸੀ ਮੰਗ ਦੇ ਵਿੱਚ ਵਿਸਥਾਰ, ਮੰਗ ਵਿੱਚ ਵਾਧਾ, ਮੰਗ ਵਿੱਚ ਸੰਕੁਚਨ, ਮੰਗ ਵਿੱਚ ਕਮੀ ਦੇ ਵਿੱਚ ਪਾਏ ਜਾਣ ਵਾਲੇ ਅੰਤਰ। ਤਾਂ ਅੱਜ ਆਪਣਾ ਟੌਪਿਕ ਜਿਹੜਾ ਇੱਥੇ ਹੀ ਖਤਮ ਹੁੰਦਾ ਹੈ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਮੰਗ ਦੇ ਸਿਧਾਂਤ ਦੇ ਨਾਲ ਸੰਬੰਧਿਤ ਇੱਕ ਨਵਾਂ ਟੌਪਿਕ ਲੈ ਕੇ। Till then, it's goodbye from my side. Thank you very much.